ਮਾਤਾ ਪਿਤਾ ਨੂੰ ਮਿਲਣਾ। ਬਾਲਾ ਜੀ ਕਹਿਣ ਲੱਗੇ, ਹੇ ਗੁਰੂ ਜੀ ਮਹਾਰਾਜ, ਮਰਦਾਨਾ ਆਪਣੇ ਘਰ 2 ਘੜੀ ਮਿਲ ਕੇ ਬਾਬਾ ਕਾਲੂ ਜੀ ਦੇ ਘਰ ਚਲਿਆ ਗਿਆ। ਮਾਤਾ ਤ੍ਰਿਪਤਾ ਜੀ ਮਰਦਾਨੇ ਨੂੰ ਵੇਖ ਕੇ ਬੜੀ ਖੁਸ਼ ਹੋਈ ਅਤੇ ਪੁੱਛਣ ਲੱਗੀ ਕਿ ਮੇਰਾ ਪੁੱਤਰ ਨਾਨਕ ਜੀ ਕਿੱਥੇ ਹੈ। ਐਨੇ ਨੂੰ ਹੋਰ ਆਂਢੀ ਗੁਆਂਢੀ ਵੀ ਆ ਗਏ ਤੇ ਉਹ ਵੀ ਇਹੀ ਪੁੱਛਣ ਲੱਗੇ ਕਿ ਨਾਨਕ ਜੀ ਕਿੱਥੇ ਹਨ। ਪਰ ਮਰਦਾਨੇ ਨੇ ਗੱਲਾਂ ਪਾ ਛੱਡੀਆਂ ਤੇ ਕਿਸੇ ਨੂੰ ਨਾ ਦੱਸਿਆ ਕਿ ਗੁਰੂ ਨਾਨਕ ਜੀ ਕਿੱਥੇ ਹਨ। ਉਪਰੰਤ ਗੱਲਾਂ ਬਾਤਾਂ ਘੜੀ 2 ਘੜੀਆਂ ਕਰਕੇ ਮਰਦਾਨਾ ਉੱਠ ਕੇ ਤੁਰ ਪਿਆ। ਜਿਸ ਤੋਂ ਮਾਤਾ ਜੀ ਨੇ ਸਮਝ ਲਿਆ ਕਿ ਮੇਰਾ ਪੁੱਤਰ ਵੀ ਇੱਥੇ ਜ਼ਰੂਰ ਆਇਆ ਹੋਵੇਗਾ, ਕਿਉਂਕਿ ਇਹ ਕਈ ਬਰਸਾਂ ਪਿੱਛੋਂ ਆਇਆ ਹੈ ਤੇ ਇੱਕ ਦਿਨ ਵੀ ਘਰ ਨਹੀਂ ਠਹਿਰਿਆ, ਛੇਤੀ ਹੀ ਉੱਠ ਤੁਰਿਆ ਹੈ। ਇਹ ਵਿਚਾਰ ਕੇ ਮਾਤਾ ਜੀ ਤੇ ਕੁਝ ਹੋਰ ਲੋਕ ਵੀ ਮਰਦਾਨੇ ਦੇ ਪਿੱਛੇ ਲੱਗ ਕੇ ਤੁਰ ਪਏ। ਜਦ ਗੁਰੂ ਜੀ ਦੇ ਨੇੜੇ ਪਹੁੰਚ ਗਏ ਤਾਂ ਗੁਰੂ ਜੀ ਮਾਤਾ ਜੀ ਨੂੰ ਆਉਂਦਿਆਂ ਵੇਖ ਕੇ ਉੱਠ ਕੇ ਖੜੇ ਹੋ ਗਏ ਅਤੇ ਅੱਗੇ ਹੋ ਕੇ ਮਾਤਾ ਜੀ ਦੇ ਚਰਨਾਂ 'ਤੇ ਮੱਥਾ ਟੇਕਿਆ। ਮਾਤਾ ਜੀ ਨੇ ਗਲਵੱਕੜੀ ਵਿੱਚ ਲੈ ਕੇ ਗੁਰੂ ਜੀ ਨਾਲ ਬਹੁਤ ਪਿਆਰ ਕੀਤਾ, ਸਿਰ ਮੂੰਹ ਚੁੰਮਿਆ ਅਤੇ ਵੈਰਾਗ ਨਾਲ ਰੋਣ ਲੱਗ ਪਈ। ਗੁਰੂ ਜੀ ਨੇ ਸਤਿਕਾਰ ਨਾਲ ਬ੍ਰਿਧ ਮਾਤਾ ਜੀ ਨੂੰ ਪਾਸ ਬਿਠਾ ਕੇ ਸਰੀਰਕ ਸੁੱਖ ਸਾਂਦ ਪੁੱਛੀ। ਇੱਧਰ ਜਦ ਕਾਲੂ ਜੀ ਨੂੰ ਪਤਾ ਲੱਗਾ ਤਾਂ ਉਹ ਵੀ ਝਟਪਟ ਗੁਰੂ ਜੀ ਪਾਸ ਪਹੁੰਚ ਗਏ। ਗੁਰੂ ਜੀ ਨੇ ਪਿਤਾ ਜੀ ਦੇ ਚਰਨਾਂ 'ਤੇ ਉੱਠ ਕੇ ਮੱਥਾ ਟੇਕਿਆ ਅਤੇ ਸਤਿਕਾਰ ਕਰਕੇ ਆਪਣੇ ਪਾਸ ਬਿਠਾ ਲਿਆ। ਇਤਨੇ ਨੂੰ ਹੋਰ ਵੀ ਬਹੁਤ ਲੋਕ ਆ ਗਏ ਅਤੇ ਗੁਰੂ ਜੀ ਦੇ ਚੌਫੇਰੇ ਬੈਠ ਗਏ। ਇੱਕ ਘੜੀ ਪਰਯੰਤ ਸਾਰੇ ਚੁੱਪਚਾਪ ਹੈਰਾਨ ਹੋਏ ਗੁਰੂ ਜੀ ਨੂੰ ਬੈਠੇ ਵੇਖਦੇ ਰਹੇ। ਉਪਰੰਤ ਮਾਤਾ ਜੀ ਨੇ ਕਿਹਾ, ਪੁੱਤਰ, ਮੈਂ ਰਾਤ ਦਿਨ ਤੇਰੇ ਵਿਛੋੜੇ ਕਰਕੇ ਚਿੰਤਾ ਵਿੱਚ ਡੁੱਬੀ ਰਹਿੰਦੀ ਸੀ। ਤੂੰ ਆਣ ਕੇ ਮੇਰੀ ਚਿੰਤਾ ਮਿਟਾ ਦਿੱਤੀ ਹੈ। ਤੂੰ ਮੇਰੇ ਘਰ ਇੱਕੋ ਇੱਕ ਪੁੱਤਰ ਹੈ, ਉਹ ਵੀ ਘਰ-ਬਾਰ ਛੱਡ ਕੇ ਫਕੀਰੀ ਧਾਰਨ ਕਰ ਬੈਠਾ ਹੈ। ਅਸੀਂ ਤਰਸਦੇ ਰਹਿੰਦੇ ਹਾਂ ਕਿ ਤੇਰਾ ਸਾਨੂੰ ਕਦੋਂ ਦਰਸ਼ਨ ਹੋਵੇ। ਹੁਣ ਕਈ ਵਰ੍ਹਿਆਂ ਪਿੱਛੋਂ ਤੂੰ ਆਇਆ ਹੈ, ਮੈਨੂੰ ਤੇਰੇ ਆਉਣ ਦੀ ਬੜੀ ਖੁਸ਼ੀ ਹੋਈ ਹੈ। ਗੁਰੂ ਜੀ ਨੇ ਸ਼ਬਦ ਉਚਾਰਨ ਕੀਤਾ। ਰਾਗ ਵਡ ਹੰਸ ਮਹੱਲਾ ਪਹਿਲਾ, ਘਰ ਪਹਿਲਾ। ਅਮਲੀ ਅਮਲ ਨਾ ਅੰਬੜੈ, ਮੱਛੀ ਨੀਰ ਨਾ ਹੋਏ। ਜੋਰ ਤੇ ਸਹਿ ਆਪਣੇ, ਤਿਨ ਭਾਵੇ ਸਭ ਕੋਏ। ਹਉ ਵਾਰੀ ਵੰਜਾ ਖੰਨੀਐ, ਵੰਜਾ ਤਉ ਸਾਹਬ ਕੇ ਨਾਵੇਂ ਰਹਾਓ। ਸਾਹਬ ਸਫਲਿਓ ਰੁਖੜਾ, ਅੰਮ੍ਰਿਤ ਜਾ ਕਾ ਨਾਉ। ਜਿਨ ਪੀਆ ਤੇ ਤ੍ਰਿਪਤ ਭਏ, ਹਉ ਤਿਨ ਬਲਹਾਰੇ ਜਾਓ। ਮੈਂ ਕੀ ਨਦਰ ਨਾ ਆਵਹੀ, ਵਸੈ ਹੰਬੀਆਂ ਨਾਲ। ਤਿੱਖਾ ਤਿਹਾਇਆ ਕਿਉਂ ਲਹੈ, ਜਾ ਸਰ ਪੀਤਰ ਪਾਲ। ਨਾਨਕ ਤੇਰਾ ਬਾਣੀਆਂ, ਤੂੰ ਸਾਹਬ ਮੈਂ ਰਾਸ। ਮਨ ਤੇ ਤੋਖਾ ਤਾਂ ਲਹੇ, ਜਾ ਸਿਫਤ ਕਰੀ ਅਰਦਾਸ। ਉਪਰੰਤ ਮਾਤਾ ਜੀ ਨੇ ਆਪ ਜੀ ਨੂੰ ਭੋਜਨ ਛਕਣ ਵਾਸਤੇ ਆਖਿਆ। ਗੁਰੂ ਜੀ ਨੇ ਕਿਹਾ, ਮਾਤਾ ਜੀ, ਅਸੀਂ ਸਦਾ ਹੀ ਤ੍ਰਿਪਤ ਰਹਿੰਦੇ ਹਾਂ, ਸਾਨੂੰ ਭੋਜਨ ਦੀ ਭੁੱਖ ਨਹੀਂ ਹੈ। ਅਸਾਂ ਇੱਕ ਵਾਰ ਹੀ ਐਸਾ ਭੋਜਨ ਛਕਿਆ ਹੈ ਜਿਸ ਨਾਲ ਫੇਰ ਭੁੱਖ ਹੀ ਨਹੀਂ ਲੱਗਦੀ। ਫਿਰ ਕਾਲੂ ਜੀ ਨੇ ਕਿਹਾ, ਪੁੱਤਰ, ਤੁਸਾਂ ਕੀ ਖਾਧਾ ਹੈ ਜਿਸ ਨਾਲ ਹੋਰ ਖਾਣ ਦੀ ਭੁੱਖ ਹੀ ਨਹੀਂ ਰਹੀ। ਤਦ ਗੁਰੂ ਜੀ ਬੋਲੇ, ਸ੍ਰੀ ਰਾਗ ਮਹੱਲਾ ਪਹਿਲਾ। ਸਭ ਰਸ ਮਿੱਠੇ ਮੰਨੀਏ, ਸੁਣੀਏ ਸਾਲਾਉਣੇ। ਖਟ ਤੁਰਸੀ ਮੁਖ ਬੋਲਣਾ, ਮਾਰਨ ਨਾਦ ਕੀਏ। ਛਤੀ ਹੀ ਅੰਮ੍ਰਿਤ ਭਾਉ ਏਕ, ਜਾ ਕੋ ਨਦਰ ਕਰੇ। ਬਾਬਾ ਹੋਰ ਖਾਣਾ ਖੁਸ਼ੀ ਖੁਆਰ, ਜਿਤ ਖਾਧੇ ਤਨ ਪੀੜੀਏ। ਮਨ ਮਹਿ ਚਲਹਿ ਵਿਕਾਰ ਰਹਾਓ। ਭਾਵ ਪ੍ਰਭੂ ਨਾਮ ਨੂੰ ਮੰਨਣਾ ਮਿੱਠੇ ਖਾਣੇ ਹਨ, ਸੁਣਨਾ ਸਲੂਣੇ ਹਨ ਅਤੇ ਪ੍ਰਭੂ ਦੀ ਉਸਤਤ ਕਰਨੀ ਤੁਰਸ਼ ਭੋਜਨ ਹਨ। ਹਿਰਦੇ ਵਿੱਚ ਧਾਰਨਾ ਮਸਾਲੇ ਹਨ। ਪਰਮਾਤਮਾ ਦਾ ਪ੍ਰੇਮ 36 ਹੀ ਪ੍ਰਕਾਰ ਦੇ ਭੋਜਨ ਹਨ। ਇਸ ਤੋਂ ਬਿਨਾਂ ਹੋਰ ਖਾਣੇ ਜਿਨ੍ਹਾਂ ਦੇ ਖਾਣ ਨਾਲ ਮਨ ਵਿੱਚ ਵਿਕਾਰ ਪੈਦਾ ਹੁੰਦੇ ਹਨ, ਉਹ ਖੁਆਰੀ ਦਾ ਕਾਰਨ ਹਨ। ਫਿਰ ਮਾਤਾ ਜੀ ਨੇ ਕਿਹਾ, ਫਕੀਰੀ ਭੇਸ ਛੱਡ ਕੇ ਚੰਗੇ ਸੁੰਦਰ ਬਸਤਰ ਪਹਿਨੋ। ਇਹ ਫਕੀਰੀ ਬਾਣਾ ਚੰਗਾ ਨਹੀਂ ਲੱਗਦਾ। ਗੁਰੂ ਜੀ ਨੇ ਕਿਹਾ, ਅਸੀਂ ਤਾਂ ਸਦਾ ਹੀ ਚੰਗੇ ਸੋਹਣੇ ਬਸਤਰ ਪਹਿਨਦੇ ਹਾਂ। ਪਿਤਾ ਕਾਲੂ ਜੀ ਨੇ ਕਿਹਾ, ਉਹ ਕਦੋਂ? ਆਪ ਜੀ ਨੇ ਇਹ ਸ਼ਬਦ ਉਚਾਰਨ ਕੀਤਾ, ਰਤਾ ਪਹਿਨਣ ਮਨ ਰਤਾ, ਸੁਪੇਦੀ ਸਤਦਾਨ। ਨੀਲੀ ਸਿਆਹੀ ਕਦਾ ਕਰਨੀ, ਪਹਿਰਨ ਪੈਰ ਧਿਆਨ। ਕਮਰ ਬੰਦ ਸੰਤੋਖ ਕਾ, ਧਨ ਜੋਬਨ ਤੇਰਾ ਨਾਮ। ਬਾਬਾ ਹੋਰ ਪਹਿਨਣ ਖੁਸ਼ੀ ਖੁਆਰ, ਜਿਤ ਪਹਿਨਦੇ ਤਨ ਪੀੜੀਏ। ਮਨ ਮਹਿ ਚਲਹਿ ਵਿਕਾਰ ਰਹਾਓ। ਅਰਥਾਤ ਲਾਲ ਕੱਪੜੇ ਇਹ ਹਨ ਕਿ ਸਾਡਾ ਮਨ ਨਾਮ ਵਿੱਚ ਰੰਗਿਆ ਹੋਇਆ ਹੈ। ਚਿੱਟੇ ਕੱਪੜੇ ਸੱਚ ਬੋਲਣਾ ਹੈ। ਨੀਲਾ ਰੰਗ ਪਹਿਨਣਾ ਮਨ ਦੀਆਂ ਬੁਰਾਈਆਂ ਦੂਰ ਕਰਨਾ
ਹੈ। ਪ੍ਰਮਾਤਮਾ ਦੇ ਚਰਨਾਂ ਦਾ ਧਿਆਨ ਕਰਨਾ ਇਹ ਸਾਡਾ ਚੋਲਾ ਹੈ, ਸੰਤੋਖ ਦਾ ਕਮਰਬੰਦ ਹੈ। ਧਨ ਤੇ ਜਵਾਨੀ ਪ੍ਰਭੂ ਦਾ ਨਾਮ ਹੈ। ਹੇ ਪਿਤਾ ਜੀ, ਇਸ ਤੋਂ ਬਿਨਾਂ ਹੋਰ ਕੁਝ ਪਹਿਨਣਾ ਹੈ ਉਹ ਖੁਆਰ ਕਰਨ ਵਾਲੀਆਂ ਖੁਸ਼ੀਆਂ ਹਨ, ਜਿਸ ਦੇ ਪਹਿਨਣ ਨਾਲ ਸਰੀਰ ਨੂੰ ਦੁੱਖ ਰੋਗ ਉਤਪੰਨ ਹੋ ਜਾਂਦੇ ਹਨ ਅਤੇ ਮਨ ਵਿੱਚ ਵਿਕਾਰਾਂ ਦੀ ਲਹਿਰ ਚੱਲ ਪੈਂਦੀ ਹੈ। ਮੈਂ ਘੋੜਾ ਲੈ ਦਿੰਦਾ ਹਾਂ, ਉਸ ਉੱਤੇ ਚੜ੍ਹ ਕੇ ਆਪਣਾ ਬਾਹਰ ਅੰਦਰ ਦਾ ਕੰਮ ਕਰਿਆ ਕਰਨਾ। ਗੁਰੂ ਜੀ ਨੇ ਕਿਹਾ, ਪਿਤਾ ਜੀ, ਸਾਡੇ ਪਾਸ ਤਾਂ ਸਦਾ ਹੀ ਇੱਕ ਸੁੰਦਰ ਘੋੜਾ ਰਹਿੰਦਾ ਹੈ, ਅਸਾਂ ਹੋਰ ਘੋੜਾ ਕੀ ਕਰਨਾ ਹੈ। ਕਾਲੂ ਜੀ ਨੇ ਕਿਹਾ, ਤੁਹਾਡੇ ਪਾਸ ਕਿਹੜਾ ਘੋੜਾ ਹੈ। ਤਦ ਗੁਰੂ ਜੀ ਨੇ ਸ਼ਬਦ ਦਾ ਤੀਜਾ ਪਦ ਉਚਾਰਨ ਕੀਤਾ, ਘੋੜੇ ਪਾਖਰ ਸੋਏ ਨੇ ਸਾਖਤ, ਬੂਝਣ ਤੇਰੀ ਵਾਟ, ਤਰਕਸ ਤੀਰ ਕਮਾਨ ਸਾਂਗ, ਤੇਗ ਬੰਦ ਗੁਣ ਧਾਤ, ਵਾਜਾ ਨੇਜਾ ਪਤ ਸਿਉ ਪ੍ਰਗਟ, ਕਰਮ ਤੇਰਾ ਮੇਰੀ ਜਾਤ, ਬਾਬਾ ਹੋਰ ਚੜ੍ਹਨਾ ਖੁਸ਼ੀ ਖੁਆਰ, ਜਿਤ ਚੜੀਏ ਤਨ ਪੀੜੀਏ, ਮਨ ਮਹਿ ਚਲਹਿ ਵਿਕਾਰ। ਰਹਾਓ। ਅਰਥਾਤ ਘੋੜੇ ਦੀ ਸੋਨੇ ਦੀ ਕਾਠੀ ਤੇ ਪੂੰਜੀ ਵਾਹਿਗੁਰੂ ਨਾਮ ਦਾ ਸਮਝਣਾ ਹੈ। ਤੀਰਾਂ ਦਾ ਪੱਥਾ, ਕਮਾਨ ਤੇ ਨੇਜਾ ਅਤੇ ਤਲਵਾਰ ਇਹ ਗੁਣ ਗ੍ਰਹਿਣ ਕਰਨ ਦੇ ਹਨ। ਵਾਜਾ ਨੇਜਾ ਪਰਮਾਤਮਾ ਨਾਲ ਜੁੜਨਾ ਹੈ ਅਤੇ ਵਾਹਿਗੁਰੂ ਦੀ ਬਖਸ਼ਿਸ਼ ਮੇਰੀ ਜਾਤ ਹੈ। ਹੋਰ ਘੋੜੇ ਉੱਤੇ ਚੜ੍ਹਨਾ ਖੁਸ਼ੀਆਂ ਵਿੱਚ ਖਰਾਬ ਹੋਣਾ ਹੈ, ਜਿਸ ਉੱਤੇ ਚੜ੍ਹਨ ਨਾਲ ਸਰੀਰ ਨੂੰ ਦੁੱਖ ਪਹੁੰਚਦਾ ਹੈ ਅਤੇ ਮਨ ਵਿੱਚ ਵਿਕਾਰ ਪੈਦਾ ਹੁੰਦੇ ਹਨ। ਇਹ ਉੱਤਰ ਸੁਣ ਕੇ ਬਾਬਾ ਕਾਲੂ ਜੀ ਤਾਂ ਚੁੱਪ ਕਰ ਗਏ, ਪਰ ਮਾਤਾ ਤ੍ਰਿਪਤਾ ਜੀ ਪਿਆਰ ਨਾਲ ਬੋਲੇ, ਪੁੱਤਰ, ਤੇਰੇ ਮਨ ਵਿੱਚ ਕਿਸੇ ਦਾ ਮੋਹ ਨਹੀਂ ਹੈ। ਚੱਲ ਘਰ ਟੱਬਰ ਨੂੰ ਮਿਲ, ਤੇਰਾ ਕਿਸੇ ਨਾਲ ਗੱਲਬਾਤ ਕਰਕੇ ਮੋਹ ਪਵੇ। ਹੁਣ ਅਸਾਂ ਘਰ ਵੀ ਬਹੁਤ ਸੁੰਦਰ ਬਣਵਾਇਆ ਹੈ, ਇਹ ਤੇਰੇ ਵਾਸਤੇ ਬਣਵਾਇਆ ਹੈ, ਤੂੰ ਚੱਲ ਕੇ ਉਸ ਦਾ ਸੁੱਖ ਭੋਗ। ਇਸ ਤੇ ਗੁਰੂ ਜੀ ਮਾਤਾ ਪ੍ਰਤੀ ਬੋਲੇ, ਘਰ ਮੰਦਰ ਖੁਸ਼ੀ ਨਾਮ ਕੀ, ਨਦਰ ਤੇਰੀ ਪਰਵਾਰ, ਹੁਕਮ ਸੋਈ ਤੁਧ ਭਾਵਸੀ, ਹੋਰ ਆਖਣ ਬਹੁਤ ਅਪਾਰ। ਨਾਨਕ ਸੱਚਾ ਪਾਤਸ਼ਾਹ ਪੂਛ ਨਾ ਕਰੇ ਵਿਚਾਰ, ਬਾਬਾ ਹੋਰ ਸੌਣਾ ਖੁਸ਼ੀ ਖੁਆਰ, ਜਿਤ ਸੁੱਤੇ ਤਨ ਪੀੜੀਐ, ਮਨ ਮਹਿ ਚਲਹਿ ਵਿਕਾਰ। ਰਹਾਓ। ਅਰਥਾਤ ਮਾਤਾ ਜੀ, ਘਰ ਮੰਦਰ ਇਹ ਨਾਮ ਦੀ ਖੁਸ਼ੀ ਦੇ ਹਨ ਅਤੇ ਪਰਮਾਤਮਾ ਦੀ ਕਿਰਪਾ ਦ੍ਰਿਸ਼ਟੀ ਸਾਡਾ ਪਰਿਵਾਰ ਹੈ। ਹੁਕਮ ਕਰਨਾ ਉਹੀ ਚੰਗਾ ਹੈ ਜੋ ਪਰਮਾਤਮਾ ਨੂੰ ਪ੍ਰਵਾਨ ਹੋਵੇ। ਹੋਰ ਆਖਣ ਨੂੰ ਬਹੁਤ ਬੇਅੰਤ ਗੱਲਾਂ ਹਨ। ਸੱਚਾ ਪਰਮਾਤਮਾ ਕਿਸੇ ਨੂੰ ਪੁੱਛ ਕੇ ਜੋ ਕੁਝ ਉਸ ਨੇ ਕਰਨਾ ਹੁੰਦਾ ਹੈ ਉਸ ਦੀ ਵਿਚਾਰ ਨਹੀਂ ਕਰਦਾ। ਉਹ ਆਪਣੇ ਆਪ ਹੀ ਜੋ ਕੁਝ ਕਰਨਾ ਹੋਵੇ ਕਰਦਾ ਹੈ। ਉਹ ਸੌਣਾ ਖੁਸ਼ੀਆਂ ਵਿੱਚ ਖਰਾਬ ਹੋਣਾ ਹੈ, ਜਿਸ ਸੌਣ ਨਾਲ ਸਰੀਰ ਨੂੰ ਦੁੱਖ ਲੱਗ ਜਾਣ ਤੇ ਮਨ ਵਿੱਚ ਵਿਕਾਰ ਚੱਲ ਪੈਣ। ਇਹ ਬਚਨ ਕਰਕੇ ਗੁਰੂ ਜੀ ਨੇ ਮਾਤਾ ਨੂੰ ਕਿਹਾ, ਜੀ ਮੇਰਾ ਅਜੇ ਤੱਕ ਦਿਲ ਉਦਾਸ ਹੈ, ਕੁਝ ਹੋਰ ਦੇਸ਼ਾਂ ਪ੍ਰਦੇਸ਼ਾਂ ਨੂੰ ਵੇਖ ਕੇ ਫੇਰ ਘਰ ਆਵਾਂਗੇ। ਮਾਤਾ ਜੀ ਨੇ ਕਿਹਾ, ਪੁੱਤਰ, ਤੇਰੇ ਇਹਨਾਂ ਬਚਨਾਂ ਨਾਲ ਸਾਡਾ ਹਿਰਦਾ ਕਲਪਦਾ ਹੈ। ਅੱਗੇ 12 ਬਰਸਾਂ ਪਿੱਛੋਂ ਆਏ ਹੋ, ਫੇਰ ਵੀ ਘਰ ਪੈਰ ਨਹੀਂ ਪਾਉਂਦੇ। ਤੁਸਾਂ ਘਰ ਦੇ ਕੇਸ ਦੁੱਖ ਕਰਕੇ ਮਨ ਉਦਾਸ ਕੀਤਾ ਹੋਇਆ ਹੈ। ਤੂੰ ਦੱਸ, ਉਹ ਦੁੱਖ ਤੇਰਾ ਦੂਰ ਕਰ ਦੇਈਏ। ਘਰ ਵਿੱਚ ਪ੍ਰਮਾਤਮਾ ਨੇ ਸਭ ਕੁਝ ਦਿੱਤਾ ਹੋਇਆ ਹੈ, ਜੋ ਤੇਰਾ ਦਿਲ ਕਰੇ ਖਾ ਹੰਢਾ, ਤੈਨੂੰ ਕੋਈ ਮਨਾਹੀ ਨਹੀਂ ਹੈ। ਗੁਰੂ ਜੀ ਬੋਲੇ, ਮਾਤਾ ਜੀ, ਘਰ ਰਹਿਣਾ ਜਾਂ ਬਾਹਰ ਜਾਣਾ ਸਾਡੇ ਵੱਸ ਨਹੀਂ। ਇਹ ਪਰਮਾਤਮਾ ਦੇ ਅਧੀਨ ਹੈ, ਜਿੱਥੇ ਭੇਜੇ ਜਾਂਦੇ ਹਾਂ ਤੇ ਜਿਵੇਂ ਬੁਲਾਵੇ ਬੋਲਦੇ ਹਾਂ। ਫਿਰ ਪਿਆਰ ਨਾਲ ਕਾਲੂ ਜੀ ਨੇ ਕਿਹਾ, ਹੇ ਪੁੱਤਰ, ਇਹ ਬੇਅਰਥ ਗੱਲਾਂ ਕਰਦੀਆਂ ਛੱਡ ਦਿਓ। ਫਕੀਰੀ ਬਾਣਾ ਉਤਾਰ ਕੇ ਘਰ ਦੇ ਕੰਮਾਂ ਵੱਲ ਧਿਆਨ ਦਿਓ। ਸਾਡੀ ਅਵਸਥਾ ਬ੍ਰਿਧ ਹੋ ਗਈ ਹੈ। ਜੇ ਤੂੰ ਬਾਹਰ ਚਲਿਆ ਗਿਆ ਤਾਂ ਪਤਾ ਨਹੀਂ ਫੇਰ ਮੇਲ ਹੋਵੇ ਕਿ ਨਾ। ਹੁਣ ਸਾਡਾ ਅੰਤ ਸਮਾਂ ਨੇੜੇ ਹੈ, ਹੁਣ ਤੈਨੂੰ ਬਾਹਰ ਨਹੀਂ ਜਾਣਾ ਚਾਹੀਦਾ। ਗੁਰੂ ਜੀ ਬੋਲੇ, ਮਾਰੂ ਮਹੱਲਾ ਪਹਿਲਾ। ਪਿੱਛੇ ਰਾਤੀ ਸਦੜਾ, ਨਾਮ ਖਸਮ ਕਾ ਲੇਹ, ਖੇਮੇ ਛਤਰ ਸਰਾਈ ਚੇ, ਦਿਸਨ ਰਥ ਪੀੜੇ, ਜਿਨੀ ਤੇਰਾ ਨਾਮ ਧਿਆਇਆ, ਤਿਨ ਕੋ ਸਦ ਮਿਲੇ। ਬਾਬਾ ਮੈਂ ਕਰਮਹੀਣ ਕੁੜਿਆਰ, ਨਾਮ ਨਾ ਪਾਇਆ ਤੇਰਾ ਅੰਧਾ, ਭਰਮ ਭੂਲਾ ਮਨ ਮੇਰਾ। ਰਹਾਓ। ਸਾਧ ਕੀਤੇ ਦੁੱਖ ਪਰ ਫੁੜੇ, ਪੂਰਬ ਲਿਖੇ ਮਾਏ, ਸੁਖ ਥੋੜੇ ਦੁੱਖ ਅਗਲੇ, ਦੁਖੇ ਦੁਖ ਵਿਹਾਏ। ਵਿਛੜਿਆਂ ਕਾ ਕਿਆ ਵਿਛੜੇ, ਮਿਲਿਆਂ ਕਾ ਕਿਆ ਮੇਲ, ਸਾਹਿਬ ਸੋ ਸਾ ਲਾਹੀਏ, ਜਿਨੀ ਕਰ ਦੇਖਿਆ ਖੇਲ।
ਸੰਜੋਗੀ ਮੇ ਲਾਵੜਾ ਇਨ ਤਨ ਕੀਤੇ ਭੋਗ, ਵਿਜੋਗੀ ਮਿਲ ਵਿਛੜੇ ਨਾਨਕ ਪੀ ਸੰਜੋਗ। ਭਾਵ ਪਰਮਾਤਮਾ ਦਾ ਨਾਮ ਲਵੋ, ਪਿੱਛੋਂ ਉਸ ਦਾ ਸੱਦਾ ਆਉਣਾ ਹੈ। ਤੰਬੂ ਰੱਥ ਕਨਾਤਾਂ ਤੇ ਜੁੱਤੇ ਹੋਏ ਰੱਥ ਉਹਨਾਂ ਨੂੰ ਪ੍ਰਾਪਤ ਹੁੰਦੇ ਹਨ ਜਿਹੜੇ ਨਾਮ ਜਪਦੇ ਹਨ। ਜਿਹੜੇ ਕਰਮਹੀਣ ਹੁੰਦੇ ਹਨ ਉਹ ਨਾਮ ਨਹੀਂ ਜਪਦੇ ਅਤੇ ਅਗਿਆਨ ਪੁਣੇ ਵਿੱਚ ਹੀ ਉਮਰ ਬਤੀਤ ਕਰ ਲੈਂਦੇ ਹਨ। ਜਿਹੜੇ ਸੁੱਖ ਭੋਗੇ ਸਨ ਉਹਨਾਂ ਤੋਂ ਦੁੱਖ ਪ੍ਰਾਪਤ ਹੋਏ ਅਤੇ ਦੁੱਖਾਂ ਵਿੱਚ ਹੀ ਬਤੀਤ ਹੋ ਜਾਂਦੀ ਹੈ। ਜਿਹੜੇ ਪਰਮਾਤਮਾ ਨਾਲੋਂ ਵਿਛੜੇ ਹੋਏ ਹਨ ਉਹਨਾਂ ਦਾ ਵਿਛੋੜਾ ਕੀ ਹੈ ਤੇ ਮਿਲਿਆਂ ਦਾ ਮੇਲ ਕੀ ਹੈ। ਭਾਵ ਵਿਛੜੇ ਹੋਏ ਵਿਛੜੇ ਹੀ ਰਹਿੰਦੇ ਹਨ ਤੇ ਮਿਲੇ ਹੋਏ ਮਿਲੇ ਹੀ ਰਹਿੰਦੇ ਹਨ। ਜੇ ਇਸ ਮਾਲਕ ਨੇ ਇਹ ਰਚਨਾ ਰਚੀ ਹੈ ਉਸ ਨੂੰ ਚੇਤੇ ਰੱਖਣਾ ਚਾਹੀਦਾ ਹੈ। ਸੰਜੋਗਾਂ ਕਰਕੇ ਹੀ ਉਸ ਨਾਲ ਮੇਲ ਹੁੰਦਾ ਹੈ ਤੇ ਵਿਜੋਗਾਂ ਕਰਕੇ ਹੀ ਵਿਛੋੜਾ। ਇਹ ਸੁਣ ਕੇ ਬਾਬਾ ਕਾਲੂ ਜੀ ਤਾਂ ਚੁੱਪ ਕਰ ਰਹੇ, ਪਰ ਮਾਤਾ ਤ੍ਰਿਪਤਾ ਜੀ ਨੇ ਆਖਿਆ, ਬੇਟਾ ਹੱਠ ਨਹੀਂ ਕਰੀਦਾ। ਮੇਰਾ ਆਖਾ ਮੰਨ ਕੇ ਇੱਕ ਵੇਰ ਘਰ ਚੱਲ। ਤੈਨੂੰ ਵੇਖਣ ਦੀ ਮੇਰੀ ਅਜੇ ਰੀਝ ਨਹੀਂ ਲੱਥੀ, ਤੂੰ ਜ਼ਰੂਰ ਘਰ ਚੱਲ। ਮਾਤਾ ਜੀ ਦੇ ਇਸ ਤਰ੍ਹਾਂ ਦੇ ਪ੍ਰੇਮਮਈ ਬਚਨ ਸੁਣ ਕੇ ਗੁਰੂ ਜੀ ਘਰ ਆ ਗਏ। ਤਦ ਚਾਚਾ ਲਾਲੂ ਤੇ ਹੋਰ ਆਂਢ ਗੁਆਂਢ ਵੀ ਆਪ ਜੀ ਨੂੰ ਮਿਲਣ ਵਾਸਤੇ ਆ ਗਏ। ਲੋਕਾਂ ਨੇ ਦੱਸਿਆ, ਮਹਾਰਾਜ ਰਾਏ ਪੁਰੋਹਿਤ ਤੇ ਮੁਲਾਣਾ ਚਲਾਣਾ ਕਰ ਗਏ ਹਨ। ਗੁਰੂ ਜੀ ਨੇ ਕਿਹਾ, ਇਹ ਸੰਸਾਰ ਚਲਦੀ ਸਰਾਂ ਹੈ, ਇੱਥੇ ਆਉਂਦਿਆਂ ਜਾਂਦਿਆਂ ਚਿਰ ਨਹੀਂ ਲੱਗਦਾ। ਇਸ ਕਰਕੇ ਸਤਨਾਮ ਦਾ ਸਿਮਰਨ ਕਰਨਾ ਚਾਹੀਏ। ਜਿਨ੍ਹਾਂ ਦੇ ਮਨ ਵਿੱਚ ਭਗਤੀ ਭਾਉ ਨਾਮ ਸਿਮਰਨ ਹੋਵੇਗਾ ਉਹੀ ਆਪਣਾ ਜਨਮ ਸਫਲਾ ਕਰਕੇ ਜਾਣਗੇ। ਇਹ ਉਪਦੇਸ਼ ਸੁਣ ਕੇ ਗੁਰੂ ਜੀ ਦੀ ਮਹਿਮਾ ਕਰਦੇ ਹੋਏ ਲੋਕ ਆਪੋ ਆਪਣੀ ਘਰਾਂ ਨੂੰ ਚਲੇ ਗਏ। ਮੈਨੂੰ ਗੁਰੂ ਜੀ ਨੇ ਆਖਿਆ, ਭਾਈ ਬਾਲਾ ਤੂੰ ਆਪਣੇ ਪਰਿਵਾਰ ਨੂੰ ਮਿਲ ਕੇ ਛੇਤੀ ਆ ਜਾਵੀਂ, ਉਹਨਾਂ ਦੇ ਮੋਹ ਵਿੱਚ ਨਾ ਫਸ ਜਾਈਂ। ਆਗਿਆ ਅਨੁਸਾਰ ਮੈਂ ਆਪਣੇ ਪਰਿਵਾਰ ਨੂੰ ਮਿਲਣ ਚਲਿਆ ਗਿਆ ਅਤੇ ਮਿਲ ਕੇ ਛੇਤੀ ਹੀ ਵਾਪਸ ਆਣ ਹਾਜ਼ਰ ਹੋਇਆ। ਮਾਤਾ ਪਿਤਾ ਦਾ ਬੈਕੁੰਠ ਗਮਨ। ਬਾਲਾ ਜੀ ਨੇ ਕਿਹਾ, ਹੇ ਸ਼੍ਰੀ ਫੇਰੂ ਨੰਦਨ ਜੀ, ਸਰੋਤਿਆਂ ਦੇ ਸਮੂਹ ਪਾਪਾਂ ਨੂੰ ਨਾਸ਼ ਕਰਨ ਵਾਲੀ ਗੁਰੂ ਜੀ ਦੀ ਅਗਲੀ ਪਾਵਨ ਕਥਾ ਸੁਣੋ। ਜਦ ਤਲਵੰਡੀ ਵਿੱਚ ਗੁਰੂ ਜੀ ਨੂੰ ਕੁਝ ਸਮਾਂ ਬੀਤ ਗਿਆ ਤਾਂ ਇੱਕ ਦਿਨ ਮਹਿਤਾ ਕਾਲੂ ਜੀ ਆਪ ਜੀ ਪਾਸ ਆਏ। ਕਹਿਣ ਲੱਗੇ, ਹੇ ਪੁੱਤਰ, ਹੁਣ ਫਕੀਰੀ ਦਾ ਵਿਚਾਰ ਛੱਡ ਕੇ ਗ੍ਰਹਿਸਥ ਰੀਤੀ ਅਨੁਸਾਰ ਚੱਲੋ। ਮੇਰਾ ਸਰੀਰ ਬ੍ਰਿਧ ਹੋ ਗਿਆ ਹੈ, ਕੋਈ ਕੰਮਕਾਰ ਨਹੀਂ ਹੋ ਸਕਦਾ। ਤੁਸੀਂ ਆਪਣੇ ਇਸਤਰੀ ਪੁੱਤਰਾਂ ਨੂੰ ਇੱਥੇ ਸੱਦ ਲਵੋ ਤੇ ਘਰ ਦਾ ਕੰਮਕਾਜ ਸੰਭਾਲੋ। ਗੁਰੂ ਜੀ ਨੇ ਕਿਹਾ, ਪਿਤਾ ਜੀ, ਜੀਵ ਦੀ ਬੁੱਧੀ ਬੇੜੀ ਸਮਾਨ ਹੈ। ਜੇਕਰ ਇਸ ਵਿੱਚ ਮਾਇਆ ਰੂਪ ਪਾਣੀ ਪੈ ਜਾਵੇ ਤਾਂ ਤਤ ਛਿਨ ਹੀ ਆਪਣੇ ਵਿੱਚ ਡੋਬ ਲੈਂਦਾ ਹੈ, ਪਰ ਜੇ ਇਸ ਨੂੰ ਪੂਰਾ ਗੁਰੂ ਰੂਪੀ ਮਲਾਹ ਮਿਲ ਜਾਵੇ ਤਾਂ ਬੁੱਧੀ ਰੂਪੀ ਬੇੜੀ ਨੂੰ ਚੌਕਸ ਕਰਕੇ ਮੋਹ ਮਾਇਆ ਤੋਂ ਮੁਕਤ ਕਰ ਦਿੰਦਾ ਹੈ। ਗਿਆਨ ਦਾ ਸੁਣਾਉਣਾ ਇਸ ਬੇੜੀ ਨੂੰ ਰਲਾਵਣਾ ਕਰਦਾ ਹੈ। ਆਪਣੇ ਸਰੂਪ ਆਤਮਾ ਨੂੰ ਜਾਣਨਾ ਇਹ ਜੀਵ ਦਾ ਪਾਰ ਕਿਨਾਰਾ ਹੈ। ਜਦ ਉੱਥੇ ਪਹੁੰਚਦਾ ਹੈ ਤਾਂ ਸੁਖਾਲਾ ਹੋ ਜਾਂਦਾ ਹੈ, ਨਹੀਂ ਤਾਂ ਇਸ ਜਨਮ ਮਰਨ ਦੇ ਭਾਰੀ ਦੁੱਖ ਵਿੱਚ ਵਾਰੰਵਾਰ ਜਗਤ ਵਿੱਚ ਆਉਂਦਾ ਹੈ। ਇਸ ਤਰ੍ਹਾਂ ਬਚਨ ਕਰਕੇ ਗੁਰੂ ਜੀ ਨੇ ਕਿਰਪਾ ਦ੍ਰਿਸ਼ਟੀ ਨਾਲ ਵੇਖ ਕੇ ਪਿਤਾ ਕਾਲੂ ਜੀ ਨੂੰ ਗਿਆਨ ਕਰ ਦਿੱਤਾ। ਤਦ ਕਾਲੂ ਜੀ ਨੇ ਬੜਾ ਪ੍ਰੇਮ ਕਰਕੇ ਆਖਿਆ, ਅੱਜ ਤੱਕ ਮੈਂ ਇਹੀ ਜਾਣਦਾ ਸਾਂ ਕਿ ਤੁਸੀਂ ਮੇਰੇ ਪੁੱਤਰ ਹੋ, ਪਰ ਹੁਣ ਮੈਨੂੰ ਨਿਸ਼ਚਾ ਹੋ ਗਿਆ ਹੈ ਕਿ ਆਪ ਮਹਾਂਪੁਰਖ ਅਵਤਾਰ ਹੋ। ਕਿਰਪਾ ਕਰਕੇ ਮੈਨੂੰ ਐਸਾ ਗਿਆਨ ਦਿਓ ਜਿਸ ਨਾਲ ਮੇਰਾ ਜਨਮ ਮਰਨ ਨਾਸ਼ ਹੋ ਜਾਵੇ। ਗੁਰੂ ਜੀ ਨੇ ਕਿਹਾ, ਪਿਤਾ ਜੀ, ਪਰਮੇਸ਼ਰ ਤੋਂ ਬੇਮੁਖ ਰਹਿਣ ਨਾਲ ਇਸ ਮਨ ਨੂੰ ਹਰਖ ਸੋਗ ਲੱਗਦੇ ਹਨ। ਇਸ ਕਰਕੇ ਪਰਮੇਸ਼ਰ ਨੂੰ ਸਰਬ ਵਿਆਪਕ ਹਾਜ਼ਰ ਨਾਜ਼ਰ ਜਾਣ ਕਰਕੇ ਪ੍ਰੇਮ ਨਾਲ ਉਸ ਦਾ ਸਿਮਰਨ ਕਰੋ। ਇਹ ਬਚਨ ਸੁਣ ਕੇ ਕਾਲੂ ਜੀ ਦੇ ਮਨ ਵਿੱਚੋਂ ਮੋਹ ਅਗਿਆਨ ਦੂਰ ਹੋ ਗਿਆ ਅਤੇ ਗਿਆਨ ਪ੍ਰਗਟ ਹੋ ਗਿਆ। ਦਵੈਤ ਭਾਵ ਹਿਰਦੇ ਤੋਂ ਦੂਰ ਹੋ ਗਿਆ। ਕੁਝ ਦਿਨ ਉਪਰੰਤ ਜਦ ਸ਼ਰਾਧ ਆਏ ਤਾਂ ਕਾਲੂ ਜੀ ਆਪਣੇ ਪਿਤਾ ਦਾ ਸ਼ਰਾਧ ਕਰਨ ਵਾਸਤੇ ਸਾਰੀ ਸਮੱਗਰੀ ਮੰਗਵਾ ਕੇ ਪੰਡਤ ਨੂੰ ਸੱਦ ਕੇ ਸ਼ਰਾਧ ਕਰਨ ਵਾਸਤੇ ਆਖਿਆ। ਤਦ ਨੂੰ ਗੁਰੂ ਜੀ ਵੀ ਆ ਗਏ। ਆਪ ਜੀ ਨੇ ਵੇਖ ਕੇ ਆਖਿਆ, ਪਿਤਾ ਜੀ, ਅੱਜ ਕੀ ਕਾਰਜ ਕਰਨ ਲੱਗੇ ਹੋ? ਸਾਡੇ ਵਿਹੜੇ ਵਿੱਚ ਭੀੜ ਕਿਉਂ ਹੈ? ਕਾਲੂ ਜੀ ਨੇ ਆਖਿਆ, ਅੱਜ ਪਿਤਰਾਂ ਦੇ ਸ਼ਰਾਧ ਕਰਨ ਦਾ ਦਿਨ ਹੈ, ਅਸੀਂ ਸ਼ਰਾਧ ਕਰਨ ਲੱਗੇ ਹਾਂ, ਇਸ ਕਰਕੇ ਭੀੜ ਹੈ। ਗੁਰੂ ਜੀ ਨੇ ਕਿਹਾ, ਪਿਤਾ ਜੀ, ਤੁਹਾਡੇ ਪਿੱਤਰ ਐਸੀ ਜਗ੍ਹਾ ਗਏ ਹਨ ਜਿੱਥੇ ਭੁੱਖ ਪਿਆਸ ਨਹੀਂ ਲੱਗਦੀ। ਉਹ ਸਦਾ ਤ੍ਰਿਪਤ ਰਹਿੰਦੇ ਹਨ, ਸ਼ਰਾਧ ਦੀ ਉਡੀਕ ਨਹੀਂ ਕਰਦੇ। ਇਸ ਕਰਕੇ ਇਸ ਸ਼ਰਾਧ ਕਰਨ ਦੀ ਤੁਹਾਨੂੰ ਲੋੜ ਨਹੀਂ ਹੈ।
ਕਾਲੂ ਜੀ ਨੇ ਕਿਹਾ, ਜਦ ਤੱਕ ਕੋਈ ਗੱਲ ਅੱਖੀਂ ਨਾ ਵੇਖੀਏ ਤਦ ਤੱਕ ਵਿਸ਼ਵਾਸ ਨਹੀਂ ਆਉਂਦਾ। ਜੇ ਤੁਹਾਡੀ ਗੱਲ ਸੱਚ ਹੈ ਤਾਂ ਮੈਨੂੰ ਵਿਖਾਓ। ਗੁਰੂ ਜੀ ਨੇ ਕਾਲੂ ਜੀ ਦਾ ਹੱਥ ਫੜ ਕੇ ਆਖਿਆ, ਪਿਤਾ ਜੀ ਅੱਖਾਂ ਮੀਟੋ। ਜਦ ਕਾਲੂ ਜੀ ਨੇ ਅੱਖਾਂ ਮੀਟੀਆਂ ਤਾਂ ਗੁਰੂ ਜੀ ਛਿਨ ਉਪਰੰਤ ਕਿਹਾ, ਅੱਖਾਂ ਖੋਲ੍ਹ ਕੇ ਵੇਖੋ। ਜਦ ਕਾਲੂ ਜੀ ਨੇ ਅੱਖਾਂ ਖੋਲ੍ਹ ਕੇ ਵੇਖਿਆ ਤਾਂ ਉਹਨਾਂ ਦੇ ਪਿੱਤਰ ਬੈਕੁੰਠ ਵਿੱਚ ਬੈਠੇ ਸਨ, ਜਿੱਥੇ ਨਾਨਾ ਪ੍ਰਕਾਰ ਦੇ ਭੋਜਨ ਤੇ ਹੋਰ ਸੁਖਦਾਈ ਪਦਾਰਥਾਂ ਦੇ ਢੇਰ ਲੱਗੇ ਹੋਏ ਸਨ। ਇਹ ਕੌਤਕ ਵੇਖ ਕੇ ਬਾਬਾ ਕਾਲੂ ਜੀ ਬੜੇ ਪ੍ਰਸੰਨ ਹੋਏ ਅਤੇ ਕਿਹਾ, ਬੇਟਾ ਮੈਨੂੰ ਵੀ ਇਹਨਾਂ ਪਾਸ ਭੇਜ ਦਿਓ। ਗੁਰੂ ਜੀ ਨੇ ਕਿਹਾ, ਪਿਤਾ ਜੀ ਤੁਹਾਡੀ ਉਮਰ ਬੀਤ ਗਈ ਹੈ, ਥੋੜ੍ਹੇ ਦਿਨਾਂ ਤੱਕ ਹੀ ਉੱਥੇ ਜਾ ਪਹੁੰਚੋਗੇ। ਹੁਣ ਉੱਠ ਕੇ ਇਹ ਭੋਜਨ ਜੋ ਸ਼ਰਾਧ ਦਾ ਤਿਆਰ ਹੈ ਸਭ ਨੂੰ ਵਰਤਾ ਦਿਓ ਅਤੇ ਆਪ ਬੈਠ ਕੇ ਹਰੀ ਦੇ ਗੁਣ ਗਾਓ। ਕੁਝ ਦਿਨਾਂ ਉਪਰੰਤ ਜਦ ਬਾਬਾ ਕਾਲੂ ਜੀ ਦਾ ਅੰਤ ਸਮਾਂ ਆ ਗਿਆ ਤਾਂ ਦੇਹ ਤਿਆਗ ਕੇ ਬੈਕੁੰਠ ਵਿੱਚ ਪਹੁੰਚ ਗਏ। ਗੁਰੂ ਜੀ ਨੇ ਬੜੇ ਪ੍ਰੇਮ ਤੇ ਸਨਮਾਨ ਨਾਲ ਪਿਤਾ ਜੀ ਦੇ ਸਰੀਰ ਦਾ ਦਾਹ ਸੰਸਕਾਰ ਕੀਤਾ। ਉਪਰੰਤ ਮਾਤਾ ਤ੍ਰਿਪਤਾ ਜੀ ਵੀ ਕੁਝ ਦਿਨਾਂ ਪਿੱਛੋਂ ਸਰੀਰ ਤਿਆਗ ਕੇ ਬੈਕੁੰਠ ਜਾ ਪਧਾਰੇ। ਇਹਨਾਂ ਦਾ ਅੰਤਮ ਸੰਸਕਾਰ ਕਰਕੇ ਗੁਰੂ ਜੀ ਨੇ ਘਰ ਦਾ ਸਭ ਧਨ ਪਦਾਰਥ ਗਰੀਬਾਂ ਨੂੰ ਵੰਡ ਦਿੱਤਾ। ਆਪ ਸਾਰਾ ਦਿਨ ਬਾਹਰ ਜੰਗਲਾਂ ਵਿੱਚ ਬਤੀਤ ਕਰਕੇ ਰਾਤ ਨੂੰ ਘਰ ਆਣ ਵਿਸਰਾਮ ਕਰਦੇ। ਆਪ ਜੀ ਪਾਸ ਬਹੁਤ ਪੁਰਸ਼ ਦਰਸ਼ਨ ਕਰਨ ਵਾਸਤੇ ਆਉਂਦੇ ਅਤੇ ਸਤਨਾਮ ਦਾ ਸਿਮਰਨ ਤੇ ਹਰੀ ਭਗਤੀ ਦਾ ਉਪਦੇਸ਼ ਲੈ ਕੇ ਆਪਣਾ ਜੀਵਨ ਸਫਲਾ ਕਰਦੇ। ਕੁਝ ਦਿਨ ਇਸ ਤਰ੍ਹਾਂ ਲੋਕਾਂ ਦੀ ਆਵਾਜਾਈ ਨੂੰ ਨਜਿੱਠ ਕੇ ਆਪ ਜੀ ਨੇ ਫਿਰ ਦੇਸ਼ਾਂ ਪ੍ਰਦੇਸ਼ਾਂ ਵਿੱਚ ਰਟਨ ਕਰਨ ਦੀ ਤਿਆਰੀ ਕਰਕੇ ਮੈਨੂੰ ਤੇ ਮਰਦਾਨੇ ਨੂੰ ਬੁਲਾ ਲਿਆ ਅਤੇ ਸੱਤ ਧਰਮ ਫੌਜ ਲੈ ਕੇ ਦੰਭ ਦੇ ਪਖੰਡਾਂ ਦਾ ਨਾਸ਼ ਕਰਨ ਵਾਸਤੇ ਚੜ੍ਹਾਈ ਕਰ ਦਿੱਤੀ। ਕੁਰਖੇਤਰ ਸੂਰਜ ਗ੍ਰਹਿਣ। ਮਾਤਾ ਪਿਤਾ ਦਾ ਅੰਤਮ ਸੰਸਕਾਰ ਕਰਕੇ ਗੁਰੂ ਜੀ ਸੂਰਜ ਗ੍ਰਹਿਣ ਦੇ ਸਮੇਂ ਲੋਕ ਭਲਾਈ ਵਾਸਤੇ ਕੁਰਖੇਤਰ ਪਹੁੰਚ ਗਏ। ਇੱਕ ਇਕਾਂਤ ਅਸਥਾਨ ਵੇਖ ਕੇ ਬੈਠ ਗਏ। ਸੂਰਜ ਗ੍ਰਹਿਣ ਦੇ ਕਾਰਨ ਬਹੁਤ ਲੋਕ ਇਕੱਠੇ ਹੋਏ ਸਨ। ਚੌਹਾਂ ਵਰਨਾਂ ਦੇ ਬ੍ਰਾਹਮਣ ਵੀ ਪੂਜਾ ਇਸ਼ਨਾਨ ਵਾਸਤੇ ਆਏ ਹੋਏ ਸਨ। ਸਾਰੀਆਂ ਸ਼੍ਰੇਣੀਆਂ ਦੇ ਆਦਮੀਆਂ ਦਾ ਬਹੁਤ ਭਾਰੀ ਇਕੱਠ ਵੇਖ ਕੇ ਗੁਰੂ ਜੀ ਨੇ ਚਰਚਾ ਕਰਨ ਵਾਸਤੇ ਮਰਦਾਨੇ ਨੂੰ ਰਬਾਬ ਵਜਾਉਣ ਵਾਸਤੇ ਆਗਿਆ ਕੀਤੀ। ਮਰਦਾਨਾ ਬੜੀ ਮਿੱਠੀ ਸੁਰ ਵਿੱਚ ਸ਼ਬਦ ਪੜ੍ਹਨ ਲੱਗਾ। ਬਹੁਤ ਲੋਕ ਇਕੱਠੇ ਹੋ ਗਏ। ਇੱਕ ਰਾਣੀ ਨੇ ਆਪਣੇ ਪੁੱਤਰ ਸਮੇਤ ਆਣ ਕੇ ਗੁਰੂ ਜੀ ਨੂੰ ਮੱਥਾ ਟੇਕਿਆ। ਰਾਣੀ ਦੇ ਦੁਸ਼ਮਣਾਂ ਨੇ ਉਸ ਨੂੰ ਆਪਣੇ ਦੇਸ਼ ਵਿੱਚੋਂ ਕੱਢ ਦਿੱਤਾ ਸੀ ਤੇ ਰਾਜ ਸਾਂਭ ਲਿਆ ਸੀ। ਰਾਣੀ ਦੇ ਪੁੱਤਰ ਨੇ ਸ਼ਿਕਾਰ ਕਰਕੇ ਇੱਕ ਹਰਨ ਮਾਰਿਆ ਸੀ। ਉਹ ਉਸ ਨੇ ਗੁਰੂ ਜੀ ਅੱਗੇ ਭੇਟਾ ਕਰ ਦਿੱਤਾ ਅਤੇ ਬੇਨਤੀ ਕੀਤੀ, ਮਹਾਰਾਜ ਸਾਡੇ ਦੁਸ਼ਮਣਾਂ ਨੇ ਸਾਡਾ ਰਾਜ ਖੋਹ ਕੇ ਸਾਨੂੰ ਦੇਸ਼ ਨਿਕਾਲਾ ਦੇ ਦਿੱਤਾ ਹੈ। ਕਿਰਪਾ ਕਰਕੇ ਸਾਨੂੰ ਸਾਡਾ ਰਾਜ ਭਾਗ ਮਿਲ ਜਾਵੇ। ਸਾਡੇ ਪਾਸ ਇਸ ਸਮੇਂ ਕੋਈ ਧਨ ਪਦਾਰਥ ਨਹੀਂ ਹੈ। ਅਸੀਂ ਗਰੀਬੀ ਦਸ਼ਾ ਵਿੱਚ ਆਪ ਜੀ ਦੀ ਸ਼ਰਨ ਆਏ ਹਾਂ। ਗੁਰੂ ਜੀ ਨੇ ਕਿਹਾ, ਇੱਕ ਕੋਰਾ ਮਟਕਾ ਲਿਆਓ ਅਤੇ ਉਸ ਵਿੱਚ ਇਹ ਹਰਨ ਦਾ ਮਾਸ ਰਿੱਝਣਾ ਧਰ ਦਿਓ। ਉਸ ਰਾਣੀ ਦੇ ਪੁੱਤਰ ਨੇ ਆਗਿਆ ਅਨੁਸਾਰ ਮਾਸ ਰਿੱਝਣਾ ਧਰ ਦਿੱਤਾ। ਜਦ ਬ੍ਰਾਹਮਣਾਂ ਨੂੰ ਇਸ ਗੱਲ ਦਾ ਪਤਾ ਲੱਗਾ ਕਿ ਇੱਕ ਸਾਧੂ ਨੇ ਸੂਰਜ ਗ੍ਰਹਿਣ ਸਮੇਂ ਮਾਸ ਰਿੱਝਣਾ ਰੱਖ ਦਿੱਤਾ ਹੈ ਤਾਂ ਉਹ ਡੰਡੇ ਲੈ ਕੇ ਆਣ ਦਿਵਾਲੇ ਹੋਏ ਕਿ ਤੂੰ ਕੌਣ ਕੁਧਰਮੀ ਸਾਧੂ ਹੈ ਜੋ ਅੱਜ ਦੇ ਦਿਨ ਭਾਰੀ ਖੋਟਾ ਕਰਮ ਕਰ ਰਿਹਾ ਹੈ। ਇਸ ਪੂਰਬ ਸਮੇਂ ਤਾਂ ਮਲੇਸ਼ ਵੀ ਐਸਾ ਨੀਚ ਕਰਮ ਨਹੀਂ ਕਰਦੇ ਜੋ ਤੂੰ ਸਾਧੂ ਭੇਖ ਧਾਰਨ ਕਰਕੇ ਕਰ ਰਿਹਾ ਹੈ। ਇਹ ਸਮਾਂ ਤਾਂ ਇਸ਼ਨਾਨ ਦਾਨ ਤੇ ਪਾਠ ਪੂਜਾ ਦਾ ਹੈ। ਗੁਰੂ ਜੀ ਨੇ ਕਿਹਾ, ਸਾਨੂੰ ਭੁੱਖ ਲੱਗੀ ਹੈ, ਇਸ ਵਾਸਤੇ ਭੋਜਨ ਤਿਆਰ ਕਰਵਾ ਰਹੇ ਹਾਂ। ਬ੍ਰਾਹਮਣਾਂ ਨੇ ਕਿਹਾ, ਸਾਨੂੰ ਵਿਖਾਓ ਇਸ ਵਿੱਚ ਕੀ ਰਿੱਝ ਰਿਹਾ ਹੈ। ਤਦ ਦੂਜੇ ਲੋਕਾਂ ਨੇ ਦੱਸਿਆ ਕਿ ਇਸ ਵਿੱਚ ਮਾਸ ਰਿੱਝ ਰਿਹਾ ਹੈ। ਇਹ ਗੱਲ ਸੁਣ ਕੇ ਬ੍ਰਾਹਮਣਾਂ ਨੇ ਗੁੱਸੇ ਨਾਲ ਭੜਕ ਕੇ ਕਿਹਾ ਕਿ ਇਸ ਨੂੰ ਐਸਾ ਸਬਕ ਸਿਖਾਓ ਜੋ ਫੇਰ ਐਸਾ ਨੀਚ ਕਰਮ ਕਦੀ ਨਾ ਕਰੇ। ਗੁਰੂ ਜੀ ਨੇ ਕਿਹਾ, ਜੇ ਤੁਹਾਡਾ ਵਿਚਾਰ ਕੁਝ ਜ਼ੋਰ ਨਾਲ ਕਰਨ ਦਾ ਹੈ ਤਾਂ ਕਰ ਲਵੋ, ਪਰ ਜੇ ਤੁਸਾਂ ਸਾਡੇ ਨਾਲ ਧਰਮ ਜਾਂ ਅਧਰਮ ਦੀ ਰੀਤੀ ਅਨੁਸਾਰ ਜੋ ਸ਼ਾਸਤਰਾਂ ਨੇ ਲਿਖੀ ਹੈ ਕੁਝ ਵਿਚਾਰ ਕਰਨੀ ਹੈ ਤਾਂ ਵਿਦਵਾਨ ਪੰਡਤ ਤੇ ਸੰਨਿਆਸੀ ਆਦਿ ਸਾਡੇ ਪਾਸ ਬੈਠ ਕੇ ਕਰ ਲਵੋ। ਬ੍ਰਾਹਮਣਾਂ ਨੇ ਜਦ ਆਪ ਜੀ ਦੇ ਇਹ ਗੰਭੀਰ ਸ਼ਾਂਤਮਈ ਬਚਨ ਸੁਣੇ ਤਾਂ ਸਾਰੇ ਮਿਲ ਕੇ ਆਪ ਜੀ ਦੇ ਪਾਸ ਬੈਠ ਗਏ। ਹੋਰ ਬਹੁਤ ਸਾਰੇ ਲੋਕ ਵੀ ਗੱਲਬਾਤ ਸੁਣਨ ਵਾਸਤੇ ਪਾਸ ਬੈਠ ਗਏ। ਉਹਨਾਂ ਵਿੱਚ ਇੱਕ ਦਿਗਵਿਜੈ ਨਾਨੂ ਪੰਡਤ ਸੀ ਜੋ ਸਾਰੇ ਵੇਦਾਂ ਸ਼ਾਸਤਰਾਂ ਦਾ ਗਿਆਤਾ ਮੰਨਿਆ ਹੋਇਆ ਸੀ। ਸਾਰੇ ਬ੍ਰਾਹਮਣਾਂ ਨੇ ਸਲਾਹ ਕਰਕੇ ਉਸ ਨੂੰ ਗੁਰੂ ਜੀ ਨਾਲ ਗੱਲਬਾਤ ਕਰਨ ਵਾਸਤੇ ਨੀਅਤ ਕੀਤਾ। ਉਸ ਨੇ ਪੁੱਛਿਆ
ਤੁਸਾਂ ਇਸ ਸਮੇਂ ਮਾਸ ਕਿਉਂ ਚਾੜਿਆ ਹੈ? ਗੁਰੂ ਜੀ ਨੇ ਪੁੱਛਿਆ, ਪੰਡਤ ਜੀ, ਤੁਸੀਂ ਮਾਸ ਕਿਸ ਨੂੰ ਕਹਿੰਦੇ ਹੋ? ਕਿਉਂਕਿ ਬ੍ਰਾਹਮਣ ਦਾ ਧਰਮ ਵੇਦ ਪੜ੍ਹਨਾ ਤੇ ਯੱਗ ਕਰਾਉਣਾ ਲਿਖਿਆ ਹੈ। ਛਤਰੀ ਦਾ ਧਰਮ ਯੁੱਧ ਕਰਨਾ ਅਤੇ ਮਾਸ ਨਾਲ ਯੱਗ ਕਰਨਾ ਹੈ। ਸੋ ਅਸੀਂ ਆਪਣੇ ਛਤਰੀ ਧਰਮ ਅਨੁਸਾਰ ਮਾਸ ਦਾ ਯੱਗ ਕਰ ਰਹੇ ਹਾਂ। ਤੁਸੀਂ ਵੇਖ ਕੇ ਕਿਉਂ ਕ੍ਰੋਧ ਕਰ ਰਹੇ ਹੋ? ਨਾਨੂ ਨੇ ਕਿਹਾ, ਛਤਰੀ ਪਾਸ ਤਾਂ ਸਦਾ ਸ਼ਸਤਰ ਹੁੰਦਾ ਹੈ, ਤੁਹਾਡਾ ਫਕੀਰੀ ਭੇਖ ਹੈ। ਬਿਨਾਂ ਸ਼ਸਤਰਧਾਰੀ ਹੋਣ ਤੋਂ ਤੁਹਾਨੂੰ ਛਤਰੀ ਕਿਵੇਂ ਜਾਣੀਏ? ਗੁਰੂ ਜੀ ਨੇ ਕਿਹਾ, ਜੋ ਸ਼ਸਤਰ ਸਾਡੇ ਪਾਸ ਹਨ ਉਹਨਾਂ ਦੇ ਨਾਮ ਸੁਣੋ। ਕਰਤਾਰ ਦਾ ਨਾਮ ਤਿੱਖੀ ਤਲਵਾਰ ਹੈ। ਸਤ ਸੰਗਤ ਦਾ ਸਾਡੇ ਪਾਸ ਭਾਰਾ ਧਨੁੱਖ ਹੈ। ਸਮ ਦਮ ਇੰਦਰੀਆਂ ਦਾ ਨਿਰੋਧ ਸਾਡੇ ਪਾਸ ਤੀਰ ਹਨ। ਇਹਨਾਂ ਨਾਲ ਅਸੀਂ ਮ੍ਰਿਗ ਰੂਪੀ ਮਨ ਨੂੰ ਤਤਕਾਲ ਹੀ ਮਾਰ ਲੈਂਦੇ ਹਾਂ ਅਤੇ ਬ੍ਰਹਮ ਅਗਨੀ ਵਿੱਚ ਇਸ ਦਾ ਹੋਮ ਕਰਦੇ ਹਾਂ। ਆਪ ਜੀ ਦੇ ਇਹ ਬਚਨ ਸੁਣ ਕੇ ਨਾਨੂ ਪੰਡਤ ਨੇ ਕਿਹਾ, ਤੁਸਾਂ ਤਾਂ ਪ੍ਰਗਟ ਹੀ ਮਿਰਗ ਮਾਰ ਕੇ ਰਿੱਝਣਾ ਧਰਿਆ ਹੋਇਆ ਹੈ ਅਤੇ ਸਾਨੂੰ ਹੋਰ ਹੀ ਗੱਲਾਂ ਕਰਕੇ ਦੱਸ ਰਹੇ ਹੋ। ਗੁਰੂ ਜੀ ਨੇ ਕਿਹਾ, 4 ਵੇਦ ਇਸ ਤਰ੍ਹਾਂ ਕਥਨ ਕਰਦੇ ਹਨ ਕਿ ਛਤਰੀਆਂ ਨੂੰ ਸ਼ਿਕਾਰ ਕਰਨਾ ਚੌਹਾਂ ਯੁਗਾਂ ਵਿੱਚ ਹੀ ਯੋਗ ਹੈ, ਪਰੰਤੂ ਇਸ ਸ਼ਿਕਾਰ ਵਿੱਚ ਜੀਵ ਹੱਤਿਆ ਦਾ ਪਾਪ ਉਹਨਾਂ ਪੁਰਸ਼ਾਂ ਨੂੰ ਲੱਗਦਾ ਹੈ ਜਿਹੜੇ ਹੰਕਾਰੀ ਹਨ, ਜਿਨ੍ਹਾਂ ਨੇ ਆਪਣੀ ਹੰਗਤਾ ਨੂੰ ਦੂਰ ਕਰਕੇ ਦਵੈਤ ਭਾਵ ਮਿਟਾ ਦਿੱਤਾ ਹੈ। ਉਹ ਸੰਸਾਰ ਨੂੰ ਸਦਾ ਅਸਤ ਅਤੇ ਆਤਮਾ ਨੂੰ ਸੱਤ ਜਾਣਦੇ ਹਨ। ਉਹਨਾਂ ਨੂੰ ਕੋਈ ਦੋਸ਼ ਜੀਵ ਹੱਤਿਆ ਨਹੀਂ ਲੱਗਦਾ। ਜਿਹੜੇ ਲੋਕ ਅੰਦਰੋਂ ਮਾਸ ਖਾਣ ਦੀ ਇੱਛਾ ਰੱਖਦੇ ਹਨ ਪਰ ਬਾਹਰੋਂ ਲੋਕ ਵਿਖਾਵੇ ਵਾਸਤੇ ਤਿਆਗ ਕਰ ਛੱਡਦੇ ਹਨ, ਉਹਨਾਂ ਨੂੰ ਜਨਮ ਜਨਮ ਦੀ ਫਾਹੀ ਪਈ ਰਹਿੰਦੀ ਹੈ, ਕਦੀ ਛੁਟਕਾਰਾ ਨਹੀਂ ਮਿਲਦਾ। ਗੁਰੂ ਜੀ ਨੇ ਮਾਸ ਦੀ ਵਿਆਖਿਆ ਹਿਤ ਇਹ ਸ਼ਬਦ ਉਚਾਰਨ ਕੀਤਾ। ਮਲਾਰ ਕੀ ਵਾਰ, ਸ਼ਲੋਕ ਮਹੱਲਾ ਪਹਿਲਾ। ਪਹਿਲਾ ਮਾਸਹਿ ਨਿੰਮਿਆ, ਮਾਸੇ ਅੰਦਰ ਵਾਸ, ਜਿਉ ਪਾਏ ਮਾਸ ਮੋਹ ਮਿਲਿਆ, ਹੱਡ ਚਮ ਤਨ ਮਾਸ। ਮਾਸਹਿ ਬਾਹਰ ਕੱਢਿਆ, ਮੰਮਾ ਮਾਸ ਗਿਰਾਸ, ਮੋਹ ਮਾਸੇ ਕਾ ਜੀਵ, ਮਾਸੇ ਕੀ ਮਾਸੇ ਅੰਦਰ ਸਾਸ। ਵੱਡਾ ਹੋਇਆ ਵਿਆਹਿਆ, ਘਰ ਲੈ ਆਇਆ ਮਾਸ, ਮਾਸੇ ਹੀ ਮਾਸ ਉਪਜੈ, ਮਾਸੋ ਸਭੋ ਸਾਕ। ਸਤਿਗੁਰ ਮਿਲੀਏ ਹੁਕਮ ਬੁੱਝੀਏ, ਤਾਕੋ ਆਵੇ ਰਾਸ, ਆਪ ਛੁੱਟੇ ਨਹਿ ਛੁੱਟੀਏ, ਨਾਨਕ ਬਚਨ ਵਿਨਾਸ਼। ਭਾਵ ਜਨਮ ਤੋਂ ਲੈ ਕੇ ਅੰਤ ਤੱਕ ਸਭ ਕੁਝ ਮਾਸ ਤੋਂ ਹੀ ਹੁੰਦਾ ਹੈ। ਮਾਸ ਤੋਂ ਬਿਨਾਂ ਕੋਈ ਚੀਜ਼ ਨਹੀਂ ਹੈ। ਜਿਹੜਾ ਸਤਿਗੁਰੂ ਨੂੰ ਮਿਲ ਕੇ ਇਸ ਗੱਲ ਨੂੰ ਸਮਝ ਲੈਂਦਾ ਹੈ, ਉਸ ਨੂੰ ਸਭ ਕੁਝ ਠੀਕ ਜਾਪਦਾ ਹੈ। ਆਪਣੇ ਛੁੱਟਣ ਨਾਲ ਛੁਟਕਾਰਾ ਨਹੀਂ ਹੁੰਦਾ। ਗੁਰੂ ਦੇ ਬਚਨਾਂ ਨਾਲ ਹੀ ਭਰਮ ਦਾ ਨਾਸ ਹੁੰਦਾ ਹੈ। ਆਪ ਜੀ ਦੇ ਇਹ ਬਚਨ ਸੁਣ ਕੇ ਸਭ ਪੰਡਤ ਆਦਿ ਵਿਦਵਾਨ ਚੁੱਪ ਹੋ ਗਏ। ਫਿਰ ਸੰਨਿਆਸੀਆਂ ਨੇ ਕਿਹਾ, ਹੇ ਨਾਨੂ ਪੰਡਤ, ਤੂੰ ਸਾਰਾ ਜਗਤ ਜਿੱਤਿਆ ਹੋਇਆ ਹੈ, ਇਸ ਫਕੀਰ ਨਾਲ ਚਰਚਾ ਕਿਉਂ ਨਹੀਂ ਕਰਦਾ? ਸਾਰਿਆਂ ਦੀ ਪ੍ਰੇਰਨਾ ਕਰਕੇ ਨਾਨੂ ਪੰਡਤ ਨੇ ਕਿਹਾ, ਹੇ ਫਕੀਰ, ਤੂੰ ਬੜਾ ਖੋਟਾ ਕਰਮ ਕੀਤਾ ਹੈ। ਜੋ ਸੂਰਜ ਗ੍ਰਹਿਣ ਦੇ ਸਮੇਂ ਮਾਸ ਰਿੱਝਣਾ ਧਰ ਕੇ ਇਸ ਨੂੰ ਧਰਮ ਆਖ ਰਿਹਾ ਹੈ। ਸ਼ਾਸਤਰ ਸਾਰੇ ਇਸ ਕਰਮ ਨੂੰ ਵਜਰ ਪਾਪ ਕਹਿੰਦੇ ਹਨ। ਤੇਰਾ ਕੀ ਸਿਧਾਂਤ ਹੈ? ਸਾਨੂੰ ਯੋਗ ਉੱਤਰ ਨਹੀਂ ਦੇਵੇਗਾ ਤਾਂ ਤੇਰਾ ਬੁਰਾ ਹਾਲ ਹੋਵੇਗਾ। ਦਾਨ ਇਸ਼ਨਾਨ ਦੇ ਸਮੇਂ ਮਾਸ ਰਿੰਨਣਾ ਉਚਿਤ ਨਹੀਂ ਹੈ। ਤਦ ਗੁਰੂ ਜੀ ਨੇ ਇਹ ਸ਼ਬਦ ਉਚਾਰਨ ਕੀਤਾ। ਮਹੱਲਾ ਪਹਿਲਾ। ਮਾਸ ਮਾਸ ਕਰ ਮੂਰਖ ਝਗੜੇ, ਗਿਆਨ ਧਿਆਨ ਨਹੀਂ ਜਾਣੇ। ਕੌਣ ਮਾਸ ਕੌਣ ਸਾਗ ਕਹਾਵੇ, ਕੇਸ ਮਹਿ ਪਾਪ ਸਮਾਣੇ। ਗੈਂਡਾ ਮਾਰ ਹੋਮ ਜਗ ਕੀਏ, ਦੇਵਤਿਆਂ ਕੀ ਬਾਣੇ। ਮਾਸ ਛੋੜ ਬੈਸ ਨਕ ਪਕੜੇ, ਰਾਤੀ ਮਾਨਸ ਖਾਣੇ। ਫੜ ਕਰ ਲੋਕਾਂ ਨੂੰ ਦਿਖਾਲ ਵਹਿ, ਗਿਆਨ ਧਿਆਨ ਨਹੀਂ ਸੂਝੈ। ਨਾਨਕ ਅੰਧੇ ਸਿਓ ਕਿਆ ਕਹੀਏ, ਕਹੇ ਨ ਕਹਿਆ ਬੂਝੈ। ਅੰਧਾ ਸੋਏ ਜੇ ਅੰਧ ਕਮਾਵੇ, ਤਿਸ ਹਿਰਦੇ ਸੀ ਲੋਚਨ ਨਾਹੀ। ਮਾਤ ਪਿਤਾ ਕੀ ਰਕਤ ਨਿਪੰਨੇ, ਮੱਛੀ ਮਾਸ ਨ ਖਾਹੀ। ਇਸਤਰੀ ਪੁਰਖੇ ਜਾਂ ਨਿਸ ਮੇਲਾ, ਉਥੇ ਮੰਦ ਕਮਾਹੀ। ਮਾਸੈ ਨਿੰਮੇ ਮਾਸੈ ਜੰਮੇ, ਹਮ ਮਾਸੇ ਕੇ ਭਾਂਡੇ। ਗਿਆਨ ਧਿਆਨ ਕਛੂ ਸੂਝੇ ਨਾਹੀ, ਚਤੁਰ ਕਹਾਵੇ ਪਾਂਡੇ। ਬਾਹਰ ਕਾ ਮਾਸ ਮੰਦਾ ਸੁਆਮੀ, ਕਰ ਕਾ ਮਾਸ ਚੰਗੇਰਾ। ਜੀ ਜੰਤ ਸਭ ਮਾਸੇ ਹੋਏ, ਜੀ ਲਾਏ ਲਿਆ ਵਾਸੇਰਾ। ਅਪੁਖ ਪਖੈ ਭੁਖ ਤਜ ਛੋਡਹਿ, ਅੰਧ ਗੁਰੂ ਜਿਨ ਕੇਰਾ। ਮਾਸਹਿ ਨਿੰਮੇ ਮਾਸਹਿ ਜੰਮੇ, ਹਮ ਮਾਸੇ ਕੇ ਭਾਂਡੇ। ਗਿਆਨ ਧਿਆਨ ਕੁਛ ਸੂਝੇ ਨਾਹੀ, ਚਤੁਰ ਕਹਾਵੇ ਪਾਂਡੇ। ਮਾਸ ਪੁਰਾਣੀ ਮਾਸ ਕਤੇਬੀ, ਚੌਹ ਜੁਗ ਮਾਸ ਕਮਾਣਾ। ਜਜ ਕਾਜ ਵਿਆਹੇ ਸੁਹਾਏ, ਉਥੇ ਮਾਸ ਸਮਾਣਾ।
ਇਸਤਰੀ ਪੁਰਖ ਨਿਪਜਹਿ ਮਾਸਹਿ ਪਾਤਸ਼ਾਹ ਸੁਲਤਾਨਾ। ਜੇ ਓਏ ਦਿਸਹਿ ਨਰਕ ਜਾਂਦੇ ਤਾਂ ਉਨਕਾ ਦਾਨ ਨਾ ਲੈਣਾ। ਦੇਂਦਾ ਨਰਕ ਸੁਰਗ ਲੈ ਦੇ ਦੇਖੈ ਇਹ ਧਿਆਣਾ। ਆਪ ਨ ਬੁੱਝੇ ਲੋਕ ਬੁਝਾਏ ਪਾਂਡੇ ਖਰਾ ਸਿਆਣਾ। ਪਾਂਡੇ ਤੂੰ ਜਾਣੇ ਹੀ ਨਹੀਂ ਕਿੱਥੇ ਮਾਸ ਉਪੰਨਾ। ਤੋਈ ਇਹ ਅੰਨ ਕਮਾਦ ਕਪਾਹਾ ਤੋਹੀਐ ਤ੍ਰਿਭਵਨ ਗੰਨਾ। ਤੋਆ ਆਖੇ ਹੋ ਬਹੁ ਬਿਦ ਹੱਛਾ ਤੋਏ ਬਹੁਤ ਬਿਕਾਰਾ। ਏਤੇ ਰਸ ਛੋੜ ਹੋਵੇ ਸੰਨਿਆਸੀ ਨਾਨਕ ਕਹੇ ਵਿਚਾਰਾ। ਭਾਵ ਮੂਰਖ ਲੋਕ ਮਾਸ ਕਰਕੇ ਝਗੜਦੇ ਹਨ, ਪਰ ਇਹ ਨਹੀਂ ਸਮਝਦੇ ਕਿ ਮਾਸ ਤੋਂ ਬਿਨਾਂ ਕੋਈ ਵਸਤੂ ਨਹੀਂ ਹੈ। ਪਾਣੀ ਤੋਂ ਹੀ ਸਭ ਖਾਣ ਵਾਲੇ ਪਦਾਰਥ ਪੈਦਾ ਹੁੰਦੇ ਹਨ ਤੇ ਪਾਣੀ ਹੀ ਮਾਸ ਦਾ ਮੂਲ ਹੈ, ਕਿਉਂਕਿ ਪਹਿਲਾ ਪਾਣੀ ਜੀਉ ਹੈ ਜਿਤ ਹਰਿਆ ਸਭ ਕੋਏ। ਇਸ ਕਰਕੇ ਇਹ ਝਗੜਾ ਵਿਅਰਥ ਹੈ। ਪਾਣੀ ਤੋਂ ਉਤਪੰਨ ਹੋਣ ਵਾਲੇ ਸਭ ਰਸ ਤਿਆਗ ਦੇਣ ਨਾਲ ਹੀ ਇਹ ਕਿਹਾ ਜਾ ਸਕਦਾ ਹੈ ਕਿ ਅਸੀਂ ਮਾਸ ਨਹੀਂ ਖਾਂਦੇ। ਇਹ ਸਾਰੇ ਰਸ ਛੱਡ ਦੇਵੇ ਤਾਂ ਸੰਨਿਆਸੀ ਹੁੰਦਾ ਹੈ। ਨਾਨੂ ਅਤੇ ਹੋਰ ਪੰਡਤਾਂ ਨੇ ਜਦ ਗੁਰੂ ਜੀ ਦੇ ਇਹ ਬਚਨ ਸੁਣੇ ਤਾਂ ਸਾਰੇ ਚੁੱਪ ਕਰਕੇ ਨਿਰੁੱਤਰ ਹੋ ਗਏ। ਤਦ ਨਾਨੂ ਨੇ ਪੁੱਛਿਆ, ਮਹਾਰਾਜ ਤੁਹਾਡਾ ਨਾਮ ਕੀ ਹੈ? ਗੁਰੂ ਜੀ ਨੇ ਦੱਸਿਆ, ਸਾਡਾ ਨਾਮ ਨਾਨਕ ਹੈ। ਤਾਂ ਨਾਨੂ ਨੇ ਸਾਰੇ ਪੰਡਤਾਂ ਨੂੰ ਆਖਿਆ ਕਿ ਭਵਿੱਖਤ ਪੁਰਾਣ ਵਿੱਚ ਜੋ ਗੁਰੂ ਨਾਨਕ ਅਵਤਾਰ ਹੋਣਾ ਲਿਖਿਆ ਹੈ ਸੋ ਇਹ ਉਹੀ ਹਨ। ਅਸੀਂ ਇਹਨਾਂ ਸਾਹਮਣੇ ਕੋਈ ਗੱਲ ਨਹੀਂ ਕਰ ਸਕਦੇ। ਇਹ ਗੱਲ ਆਖ ਕੇ ਨਾਨੂ ਗੁਰੂ ਜੀ ਦੇ ਚਰਨਾਂ ਤੇ ਪੈ ਗਿਆ ਅਤੇ ਆਪਣੀ ਭੁੱਲ ਬਖਸ਼ਾਈ ਅਤੇ ਕਿਹਾ ਕਿ ਅੱਗੇ ਤੋਂ ਮੈਨੂੰ ਨਾਨੂ ਹੀ ਕਹਿਣਾ। ਤਦ ਸਾਰੇ ਪੰਡਤਾਂ ਨੇ ਗੁਰੂ ਜੀ ਨੂੰ ਨਮਸਕਾਰਾਂ ਕੀਤੀਆਂ ਅਤੇ ਆਪਣੀਆਂ ਭੁੱਲਾਂ ਬਖਸ਼ਾਈਆਂ ਅਤੇ ਬੇਨਤੀ ਕੀਤੀ ਕਿ ਮਹਾਪੁਰਸ਼ ਜਗਤ ਦੀ ਪੁਰਾਤਨ ਰੀਤੀ ਨੂੰ ਭੰਗ ਨਹੀਂ ਕਰਦੇ। ਇਸ ਵਾਸਤੇ ਪੂਰਬ ਦੇ ਦਿਨਾਂ ਵਿੱਚ ਮਾਸ ਨਹੀਂ ਖਾਣਾ ਚਾਹੀਦਾ। ਗੁਰੂ ਜੀ ਨੇ ਕਿਹਾ, ਅਸਾਂ ਤਾਂ ਦੇਗ ਵਿੱਚ ਖੀਰ ਧਰੀ ਹੈ, ਮਾਸ ਨਹੀਂ ਹੈ। ਹੁਣ ਸੂਰਜ ਗ੍ਰਹਿਣ ਹਟ ਗਿਆ ਹੈ, ਇਸ ਵਾਸਤੇ ਆਓ ਸਾਰੇ ਮਿਲ ਕੇ ਭੋਜਨ ਕਰੋ। ਗੁਰੂ ਜੀ ਨੇ ਆਪਣੇ ਪਾਸ ਪੰਗਤਾਂ ਲਵਾ ਕੇ ਸਭ ਨੂੰ ਖੀਰ ਵਰਤਾ ਕੇ ਛਕਾਈ। ਉਪਰੰਤ ਬਹੁਤ ਪੰਡਤਾਂ ਨੇ ਚਰਨ ਪਾਹੋ ਲੈ ਕੇ ਸਿੱਖੀ ਧਾਰਨ ਕਰ ਲਈ। ਗੁਰੂ ਜੀ ਨੇ ਕਿਹਾ, ਨਾਮ ਜਪੋ, ਵੰਡ ਛਕੋ ਅਤੇ ਗੁਰਬਾਣੀ ਦਾ ਅਭਿਆਸ ਕਰੋ, ਜਿਸ ਨਾਲ ਤੁਹਾਨੂੰ ਗਿਆਨ ਦਾ ਪ੍ਰਕਾਸ਼ ਹੋਵੇਗਾ ਤੇ ਅਗਿਆਨ ਅੰਧੇਰਾ ਦੂਰ ਹੋ ਜਾਏਗਾ। ਇਸ ਪ੍ਰਕਾਰ ਉਪਦੇਸ਼ ਲੈ ਕੇ ਸਭ ਆਪੋ ਆਪਣੇ ਟਿਕਾਣਿਆਂ ਨੂੰ ਚਲੇ ਗਏ। ਉਪਰੰਤ ਰਾਣੀ ਆਪਣੇ ਪੁੱਤਰ ਨੂੰ ਲੈ ਕੇ ਗੁਰੂ ਜੀ ਦੇ ਕੋਲ ਹਾਜ਼ਰ ਹੋਈ। ਗੁਰੂ ਜੀ ਨੇ ਕਿਹਾ, ਤੁਸੀਂ ਵੀ ਆਪਣੇ ਘਰ ਜਾਓ ਅਤੇ ਦੁਸ਼ਮਣਾਂ ਦੇ ਸਾਹਮਣੇ ਹੋ ਕੇ ਲੜਾਈ ਕਰੋ। ਤੁਹਾਡੀ ਜਿੱਤ ਹੋਵੇਗੀ, ਤੁਹਾਡਾ ਰਾਜ ਤੁਹਾਨੂੰ ਮਿਲ ਜਾਏਗਾ। ਇਹ ਵਾਰ ਲੈ ਕੇ ਰਾਣੀ ਵੀ ਆਪਣੇ ਪੁੱਤਰਾਂ ਨੂੰ ਲੈ ਕੇ ਵਿਦਿਆ ਹੋਈ ਅਤੇ ਵੈਰੀਆਂ ਨਾਲ ਟੱਕਰ ਲੈ ਕੇ ਜਿੱਤ ਪ੍ਰਾਪਤ ਕੀਤੀ ਅਤੇ ਆਪਣਾ ਰਾਜ ਭਾਗ ਸਾਂਭ ਕੇ ਰਹਿਣ ਲੱਗੀ। ਗੰਗਾ ਵਿਖੇ ਲਹਿੰਦੇ ਵੱਲ ਪਾਣੀ। ਬਾਲਾ ਜੀ ਨੇ ਕਿਹਾ, ਗੁਰੂ ਅੰਗਦ ਜੀ ਅਗਲੀ ਕਥਾ ਸੁਣੋ। ਕੁਰਖੇਤਰ ਤੋਂ ਗੁਰੂ ਜੀ ਸਹਿਜੇ ਸਹਿਜੇ ਚੱਲ ਕੇ ਗੰਗਾ ਹਰਿਦੁਆਰ ਮੇਲੇ ਉੱਤੇ ਆ ਗਏ। ਇੱਥੇ ਬਹੁਤ ਲੋਕ ਪੂਰਬ, ਪੱਛਮ, ਦੱਖਣ, ਉੱਤਰ ਦਿਸ਼ਾ ਵੱਲੋਂ ਪੂਰਬ ਦਾ ਇਸ਼ਨਾਨ ਕਰਨ ਵਾਸਤੇ ਇਕੱਠੇ ਹੋਏ ਸਨ। ਆਪ ਜੀ ਨੇ ਵੇਖਿਆ ਕਿ ਲੋਕ ਸੂਰਜ ਵੱਲ ਮੂੰਹ ਕਰਕੇ ਪਾਣੀ ਉਛਾਲ ਰਹੇ ਹਨ। ਉਹਨਾਂ ਨਾਲ ਗੁਰੂ ਜੀ ਵੀ ਗੰਗਾ ਵਿੱਚ ਵੜ ਕੇ ਪੱਛਮ ਵੱਲ ਮੂੰਹ ਕਰਕੇ ਦੋਹਾਂ ਹੱਥਾਂ ਨਾਲ ਪਾਣੀ ਝੱਟਣ ਲੱਗ ਪਏ। ਜਦ ਕੁਝ ਸਮਾਂ ਇਸ ਤਰ੍ਹਾਂ ਹੀ ਕਰਦੇ ਰਹੇ, ਸਾਰਿਆਂ ਦਾ ਧਿਆਨ ਆਪ ਜੀ ਵੱਲ ਹੋ ਗਿਆ। ਪੁੱਛਣ ਲੱਗੇ, ਤੁਸੀਂ ਕੌਣ ਹੋ, ਹਿੰਦੂ ਕਿ ਮੁਸਲਮਾਨ? ਇਹ ਉਲਟੀ ਰੀਤ ਕਿਉਂ ਕਰ ਰਹੇ ਹੋ? ਇੱਧਰ ਪੱਛਮ ਨੂੰ ਪਾਣੀ ਕੇਸ ਨੂੰ ਦਿੰਦੇ ਹੋ। ਗੁਰੂ ਜੀ ਨੇ ਕਿਹਾ, ਤੁਸੀਂ ਪੂਰਬ ਵੱਲ ਪਾਣੀ ਕੇਸ ਨੂੰ ਦਿੰਦੇ ਹੋ। ਪੰਡਤਾਂ ਨੇ ਕਿਹਾ, ਅਸੀਂ ਤਾਂ ਆਪਣੇ ਪਿੱਤਰਾਂ ਨੂੰ ਪਾਣੀ ਦਿੰਦੇ ਹਾਂ। ਇਸ ਜਲ ਨਾਲ ਪਿੱਤਰ ਪ੍ਰਸੰਨ ਹੋ ਕੇ ਸਾਨੂੰ ਆਸ਼ੀਰਵਾਦ ਦੇਣਗੇ ਤਾਂ ਸਾਨੂੰ ਸੁੱਖ ਪ੍ਰਾਪਤ ਹੋਵੇਗਾ। ਗੁਰੂ ਜੀ ਨੇ ਕਿਹਾ, ਤੁਹਾਡੇ ਪਿੱਤਰ ਕਿਤਨੀ ਦੂਰ ਹਨ? ਉਹਨਾਂ ਨੇ ਕਿਹਾ, ਕਈ ਹਜ਼ਾਰ ਯੋਜਨ ਦੂਰ ਹਨ। ਇਹ ਸੁਣ ਕੇ ਗੁਰੂ ਜੀ ਫਿਰ ਪੱਛਮ ਵੱਲ ਮੂੰਹ ਕਰਕੇ ਪਾਣੀ ਸੁੱਟਣ ਲੱਗ ਪਏ। ਲੋਕਾਂ ਨੇ ਪੁੱਛਿਆ, ਤੁਸੀਂ ਆਪਣੀ ਗੱਲ ਨਹੀਂ ਦੱਸੀ ਕਿ ਇਹ ਕਿਸ ਨੂੰ ਪਾਣੀ ਦੇ ਕੇ ਤ੍ਰਿਪਤ ਕਰ ਰਹੇ ਹੋ? ਗੁਰੂ ਜੀ ਨੇ ਕਿਹਾ, ਦੋਹਰਾ ਸੁਣ ਕੇ ਬੋਲੇ ਬਚਨ ਕੋ ਸ਼੍ਰੀ ਬੇਦੀ ਕੁਲਕੇਤ, ਜਬ ਸੁਰਸਰ ਨਾਵਨ ਆਇਓ ਪੁਰ ਨਿਜ ਬੋਇਓ ਖੇਤ। ਚੌਪਈ। ਨਹਿ ਜਲ ਦੇਨ ਹਾਰ ਕੋ ਪਾਛੇ, ਤਿਹ ਕੋ ਨੀਰ ਦਿਉ ਮੈਂ ਆਛੇ। ਜਾਇਨ ਸੂਕ ਰਹੇ ਹਰਿਆਈ, ਨਿਤ ਪਾਣੀ ਕੋ ਦੇਤ ਪੁਚਾਈ। ਭਾਵ, ਅਸੀਂ ਜਦ ਗੰਗਾ ਇਸ਼ਨਾਨ ਕਰਨ ਆਏ ਸੀ ਤਦ ਆਪਣੇ ਪਿੰਡ ਖੇਤੀ ਬੀਜੀ ਸੀ। ਪਿੱਛੇ ਉਸ ਨੂੰ ਪਾਣੀ ਦੇਣ ਵਾਲਾ ਕੋਈ ਨਹੀਂ ਹੈ। ਇਸ ਵਾਸਤੇ ਮੈਂ ਉਸ ਨੂੰ ਪਾਣੀ ਦੇ ਰਿਹਾ ਹਾਂ ਕਿ ਸੁੱਕ ਨਾ ਜਾਵੇ। ਪਾਂਡਿਆਂ ਨੇ ਕਿਹਾ,
ਤੂੰ ਬੇਅਰਥ ਹੀ ਪਾਣੀ ਉਛਾਲ ਰਿਹਾ ਹੈ। ਖੇਤੀ ਕਿੱਥੇ, ਤੁਸੀਂ ਕਿੱਥੇ? ਇਤਨੀ ਦੂਰ ਪਾਣੀ ਕਿਸ ਤਰ੍ਹਾਂ ਪਹੁੰਚ ਸਕਦਾ ਹੈ? ਗੁਰੂ ਜੀ ਨੇ ਕਿਹਾ, ਜੇ ਸਾਡੀ ਖੇਤੀ ਨੂੰ, ਜਿਹੜੀ ਬਹੁਤ ਦੂਰ ਨਹੀਂ ਹੈ, ਪਾਣੀ ਨਹੀਂ ਪਹੁੰਚ ਸਕਦਾ, ਤਦ ਤੁਹਾਡੇ ਪਿੱਤਰਾਂ ਨੂੰ, ਜਿਹੜੇ ਤੁਸੀਂ ਹਜ਼ਾਰਾਂ ਯੋਜਨ ਦੂਰ ਦੱਸਦੇ ਹੋ, ਉਹਨਾਂ ਨੂੰ ਤੁਹਾਡਾ ਉਛਾਲਿਆ ਹੋਇਆ ਪਾਣੀ ਕਿਸ ਤਰ੍ਹਾਂ ਪਹੁੰਚੇਗਾ? ਗੁਰੂ ਜੀ ਦੇ ਇਹ ਬਚਨ ਸੁਣ ਕੇ ਸਭ ਚੁੱਪ ਹੋ ਗਏ ਅਤੇ ਆਪੋ ਆਪਣੇ ਪਾਠ ਪੂਜਾ ਦੇ ਵਿਹਾਰ ਵਿੱਚ ਲੱਗ ਗਏ। ਉਹਨਾਂ ਦੇ ਮਨ ਦੀ ਦਸ਼ਾ ਜਾਣ ਕੇ ਗੁਰੂ ਜੀ ਨੇ ਕਿਹਾ, ਤੁਸੀਂ ਸਾਰੇ ਨਰਕਾਂ ਨੂੰ ਜਾਓਗੇ ਅਤੇ ਜਮਾਂ ਦੀ ਮਾਰ ਖਾਓਗੇ। ਉਹਨਾਂ ਨੇ ਕਿਹਾ, ਅਸੀਂ ਹਰੀ ਸਿਮਰਨ ਕਰ ਰਹੇ ਹਾਂ, ਨਰਕਾਂ ਨੂੰ ਕਿਸ ਤਰ੍ਹਾਂ ਜਾਵਾਂਗੇ? ਗੁਰੂ ਜੀ ਨੇ ਕਿਹਾ, ਤੁਸੀਂ ਜਿਹੜੇ ਹੱਥ ਵਿੱਚ ਮਾਲਾ ਫੜ ਕੇ ਬੈਠੇ ਹੋ, ਤੁਹਾਡਾ ਮਨ ਇੱਕ ਛਿਨ ਵੀ ਅਸਥਿਰ ਨਹੀਂ ਹੁੰਦਾ। ਪਾਖੰਡ ਕਰਕੇ ਲੋਕ ਦਿਖਾਵਾ ਕਰ ਰਹੇ ਹੋ। ਗੁਰੂ ਜੀ ਨੇ ਇੱਕ ਨੂੰ ਕਿਹਾ, ਤੂੰ ਨਾਮ ਕਿਸ ਤਰ੍ਹਾਂ ਜਪਦਾ ਹੈ ਜਦ ਤੇਰਾ ਮਨ ਸੁਲਤਾਨ ਤੁਰਿਆ ਫਿਰਦਾ ਹੈ? ਦੂਜੇ ਨੂੰ ਆਖਿਆ, ਤੇਰਾ ਮਨ ਕਾਬਲ ਗਿਆ ਹੋਇਆ ਹੈ, ਸੱਚ ਦੱਸੋ, ਗੱਲ ਠੀਕ ਹੈ ਕਿ ਨਹੀਂ? ਇੱਕ ਨੂੰ ਆਖਿਆ, ਤੇਰਾ ਮਨ ਦਿੱਲੀ ਵਿੱਚ ਫਿਰ ਰਿਹਾ ਹੈ ਤੇ ਵਪਾਰ ਕਰ ਰਿਹਾ ਹੈ। ਇਸ ਤਰ੍ਹਾਂ ਜਿੱਥੇ ਜਿੱਥੇ ਸਾਰਿਆਂ ਦੇ ਮਨ ਗਏ ਹੋਏ ਹਨ, ਸਭ ਨੂੰ ਦੱਸ ਦਿੱਤੇ। ਸਾਰਿਆਂ ਨੇ ਸੁਣ ਕੇ ਵਿਚਾਰਿਆ ਕਿ ਇਹ ਮੁਕਤੀ ਦਾਤਾ ਪਰਮੇਸ਼ਰ ਦਾ ਰੂਪ ਹਨ। ਹੱਥ ਜੋੜ ਕੇ ਸਭ ਨੇ ਨਮਸਕਾਰ ਕੀਤੀ ਅਤੇ ਭੁੱਲ ਦੀ ਮਾਫੀ ਮੰਗੀ। ਦੋਹਰਾ ਤਰਪਣ ਮਾਲਾ ਤਜ ਸਭੇ ਠਾਕੁਰ ਪੂਜਾ ਸ਼ੋਰ, ਆਵਹਿ ਗੁਰੂ ਸਮੀਪ ਸਭ ਬੰਧੇ ਦਵੈ ਕਰ ਜੋਰ। ਭਾਵ ਸਾਰੇ ਜਣੇ ਤਰਪਣ ਸੰਧਿਆ ਤੇ ਮਾਲਾ ਅਤੇ ਠਾਕੁਰ ਪੂਜਾ ਛੱਡ ਕੇ ਸਤਿਗੁਰੂ ਜੀ ਪਾਸ ਆਣ ਕੇ ਦੋਵੇਂ ਹੱਥ ਜੋੜ ਕੇ ਨਮਸਕਾਰਾਂ ਕਰਕੇ ਬੇਨਤੀ ਕਰਨ ਲੱਗੇ ਕਿ ਸਾਨੂੰ ਆਪਣੇ ਚਰਨਾਂ ਦੀ ਧੂੜ ਦੇ ਕੇ ਸਿੱਖ ਕਰ ਲਵੋ। ਅੱਜ ਤੋਂ ਤੁਸੀਂ ਸਾਡੇ ਹੋਏ। ਗੁਰੂ ਜੀ ਨੇ ਕਿਹਾ, ਹੇ ਲੋਕੋ ਸੁਣੋ, ਤੁਹਾਨੂੰ ਅਸੀਂ ਸਿੱਖ ਕਿਸ ਤਰ੍ਹਾਂ ਕਰ ਲਈਏ? ਤੁਸੀਂ ਹੋਰ ਕਿਸੇ ਗੁਰੂ ਨੂੰ ਧਾਰਨ ਕਰੋ, ਤੁਹਾਡੇ ਮਨ ਮੈਲੇ ਹਨ। ਪਰ ਜਦ ਉਹਨਾਂ ਨੇ ਬਹੁਤ ਹੱਠ ਕਰਕੇ ਸਿੱਖੀ ਧਾਰਨ ਕਰਨ ਵਾਸਤੇ ਆਪਣੀ ਦ੍ਰਿੜਤਾ ਦੱਸੀ ਤਾਂ ਗੁਰੂ ਜੀ ਨੇ ਸਭ ਨੂੰ ਪਿਆਰ ਨਾਲ ਧੀਰਜ ਦੇ ਕੇ ਬਿਠਾਇਆ। ਇਤਨੇ ਨੂੰ ਉਹਨਾਂ ਦਾ ਭੋਜਨ ਤਿਆਰ ਹੋ ਗਿਆ ਤਾਂ ਸਾਰਿਆਂ ਨੇ ਕਿਹਾ, ਮਹਾਰਾਜ ਜੀ, ਕਿਰਪਾ ਕਰਕੇ ਸਾਡੇ ਨਾਲ ਭੋਜਨ ਛਕੋ, ਸਾਡਾ ਜਨਮ ਸਫਲਾ ਕਰੋ। ਉਹਨਾਂ ਦੀ ਬੇਨਤੀ ਪ੍ਰਵਾਨ ਕਰਕੇ ਜਦ ਗੁਰੂ ਜੀ ਉਹਨਾਂ ਨਾਲ ਭੋਜਨ ਛਕਣ ਵਾਸਤੇ ਚਲੇ ਗਏ ਤਾਂ ਸਾਰੇ ਖੱਤਰੀ ਬ੍ਰਾਹਮਣ ਆਪਣੇ ਕੱਪੜੇ ਉਤਾਰ ਕੇ ਚੌਂਕੇ ਵਿੱਚ ਜਾ ਬੈਠੇ ਅਤੇ ਚੌਂਕੀ ਦੇ ਚੌਫੇਰੇ ਲਕੀਰ ਕੱਢ ਕੇ ਗੁਰੂ ਜੀ ਦੇ ਚਰਨ ਧੁਆ ਕੇ ਆਪ ਜੀ ਨੂੰ ਵੀ ਚੌਂਕੇ ਵਿੱਚ ਬਿਠਾ ਦਿੱਤਾ। ਗੁਰੂ ਜੀ ਨੇ ਕਿਹਾ, ਇਹ ਕਾਰਾਂ ਕਿਉਂ ਕੱਢੀਆਂ ਹਨ? ਉਹਨਾਂ ਕਿਹਾ, ਇਸ ਵਾਸਤੇ ਕਿ ਕਿਸੇ ਹੋਰ ਦੇ ਅੰਦਰ ਆਉਣ ਨਾਲ ਚੌਂਕਾ ਪਿੱਟਿਆ ਨਾ ਜਾਵੇ। ਗੁਰੂ ਜੀ ਨੇ ਕਿਹਾ, ਚੌਂਕਾ ਤਾਂ ਤੁਹਾਡੇ ਪੈਰ ਪਾਉਣ ਨਾਲ ਪਿੱਟਿਆ ਗਿਆ ਹੈ। ਤੁਹਾਡੇ ਨਾਲ ਚੂਹੜੇ ਤੇ ਨੀਚ ਅੰਦਰ ਆ ਗਏ ਹਨ। ਉਹਨਾਂ ਨੇ ਕਿਹਾ, ਮਹਾਰਾਜ, ਸਾਨੂੰ ਤੇ ਕੋਈ ਨਹੀਂ ਦਿਸਦਾ, ਅਸੀਂ ਆਪ ਇਸ਼ਨਾਨ ਕਰਕੇ ਕੱਪੜੇ ਉਤਾਰ ਕੇ ਅੰਦਰ ਆਏ ਹਾਂ, ਫਿਰ ਸਾਡੇ ਨਾਲ ਕਿਸ ਤਰ੍ਹਾਂ ਪਿੱਟਿਆ ਗਿਆ? ਜੇ ਕੋਈ ਹੈ ਤਾਂ ਦੱਸੋ। ਤਦ ਗੁਰੂ ਜੀ ਨੇ ਇਹ ਸ਼ਲੋਕ ਉਚਾਰਨ ਕੀਤਾ। ਸ਼ਲੋਕ ਮੱਲਾ ਪਹਿਲਾ। ਕੋ ਬਿਦ ਡੂਮਣੀ ਕੁਦਾਏ ਕਸਾਇਣ, ਪਰ ਨਿੰਦਾ ਘਟ ਚੂਹੜੀ ਮੁੱਠੀ, ਕ੍ਰੋਧ ਚੰਡਾਲ, ਕਾਰੀ ਕੱਢੀ ਕਿਆ ਥੀਏ, ਜਾਂ ਚਾਰੇ ਬੈਠੀਆਂ ਨਾਲ। ਭਾਵ ਤੁਹਾਡੇ ਨਾਲ ਜਦ ਖੋਟੀ ਮਤ ਰੂਪ ਮਿਰਾਸਣ ਹੈ, ਹਿੰਸਾ ਰੂਪ ਕਸਾਇਨ ਹੈ, ਪਰਾਈ ਨਿੰਦਾ ਰੂਪ ਚੂੜੀ ਹੈ ਅਤੇ ਕ੍ਰੋਧ ਰੂਪ ਚੂੜਾ ਹੈ, ਤਦ ਤੁਹਾਡੀਆਂ ਲਕੀਰਾਂ ਕੱਢੀਆਂ ਕਿਸ ਕੰਮ, ਜੇ ਇਹ ਚਾਰੇ ਨੀਚ ਤੁਹਾਡੇ ਨਾਲ ਬੈਠੇ ਹਨ? ਪਾਂਡਿਆਂ ਨੇ ਹੈਰਾਨ ਹੋ ਕੇ ਕਿਹਾ, ਫਿਰ ਚੌਂਕਾ ਸੁੱਚਾ ਕਿਸ ਤਰ੍ਹਾਂ ਹੋਵੇ? ਗੁਰੂ ਜੀ ਨੇ ਕਿਹਾ, ਸੱਚ ਸੰਜਮ ਕਰਣੀ ਕਾਰਾਂ, ਨਾਵਣ ਨਾਉ ਜਪੇਹੀ, ਨਾਨਕ ਅੱਗੇ ਊਤਮ ਸਈ, ਜੇ ਪਾਪਾਂ ਪੰਧ ਨਾ ਦੇਹੀ। ਭਾਵ ਜੋ ਸੱਚ ਸੰਜਮ ਕਰਨੀ ਦੀਆਂ ਕਾਰਾਂ ਅਤੇ ਇਸ਼ਨਾਨ ਨਾਲ ਜਪਣਾ ਕਰਦੇ ਹਨ ਅਤੇ ਦਰਗਾਹ ਵਿੱਚ ਉਹੀ ਉੱਤਮ ਗਿਣੇ ਜਾਣਗੇ, ਜਿਹੜੇ ਇੱਥੇ ਪਾਪਾਂ ਦੇ ਰਸਤੇ ਪੈਰ ਨਹੀਂ ਪਾਉਣਗੇ। ਇਹ ਉੱਤਮ ਵਿਚਾਰ ਸੁਣ ਕੇ ਸਾਰੇ ਪਾਂਡੇ ਗੁਰੂ ਜੀ ਦੀ ਚਰਨੀ ਪੈ ਗਏ ਅਤੇ ਕਿਹਾ ਕਿ ਸਾਨੂੰ ਆਪਣੇ ਸਿੱਖ ਬਣਾ ਲਵੋ। ਗੁਰੂ ਜੀ ਨੇ ਕਿਹਾ, ਜੇਕਰ ਤੁਸਾਂ ਸਿੱਖ ਬਣਨਾ ਹੈ ਤਾਂ ਜਿਤਨਾ ਧਨ ਤੁਹਾਡੇ ਪਾਸ ਹੈ ਸਭ ਲੋੜਵੰਦ ਗਰੀਬਾਂ ਨੂੰ ਪਰਮੇਸ਼ਰ ਨਿਮਿਤ ਵੰਡ ਦਿਓ। ਤਦ ਜਿਨ੍ਹਾਂ ਨੇ ਗੁਰੂ ਜੀ ਦਾ ਹੁਕਮ ਮੰਨ ਕੇ ਆਪਣਾ ਧਨ ਲੁਟਾ ਦਿੱਤਾ, ਉਹਨਾਂ ਉੱਤੇ ਗੁਰੂ ਜੀ ਨੇ ਅਪਾਰ ਕਿਰਪਾ ਕਰਕੇ ਸਤਨਾਮ ਦਾ ਉਪਦੇਸ਼ ਦੇ ਕੇ ਨਾਮ ਦਾ ਰੰਗ ਚਾੜ ਦਿੱਤਾ ਅਤੇ ਜਨਮ ਮਰਨ ਦਾ ਦੁੱਖ ਕੱਟ ਦਿੱਤਾ। ਇਸ ਪ੍ਰਕਾਰ ਜਦ ਗੁਰੂ ਜੀ ਨੇ ਪਾਂਡਿਆਂ ਨੂੰ ਸਿੱਖ ਬਣਾਇਆ ਤਾਂ ਰਾਤ ਪੈਣ ਸਮੇਂ ਗੰਗਾ ਇਸਤਰੀ ਦਾ ਰੂਪ ਧਾਰ ਕੇ ਸੋਨੇ ਦਾ ਥਾਲ ਹੀਰੇ ਮੋਤੀਆਂ ਨਾਲ ਭਰ ਕੇ ਗੁਰੂ ਜੀ ਪਾਸ ਭੇਂਟ ਲੈ ਕੇ ਆਈ। ਭੇਟਾ ਰੱਖ ਕੇ ਬੇਨਤੀ ਕੀਤੀ ਕਿ ਕਲਯੁਗ ਦਾ ਜ਼ੋਰ ਜ਼ੁਲਮ ਵਾਲਾ ਸਮਾਂ ਮੇਰੇ ਪਾਸੋਂ ਸਹਾਰਿਆ ਨਹੀਂ ਜਾਂਦਾ।
ਆਪ ਕਿਰਪਾ ਕਰਕੇ ਕੋਈ ਐਸਾ ਉਪਾਅ ਕਰੋ ਕਿ ਜਿਸ ਨਾਲ ਇਹ ਸਮਾਂ ਮੈਨੂੰ ਸੁਖਦਾਈ ਹੋ ਜਾਵੇ। ਗੰਗਾ ਦੀ ਇਹ ਬਾਣੀ ਸੁਣ ਕੇ ਗੁਰੂ ਜੀ ਨੇ ਕਿਹਾ, ਜਿਹੜੇ ਪਰਮੇਸ਼ਰ ਦੇ ਪਰਮ ਪਿਆਰੇ ਨਾਮ ਸਿਮਰ ਦੇ ਰਸੀਏ ਹਨ, ਤੂੰ ਰਾਤ ਦਿਨ ਉਹਨਾਂ ਦਾ ਧਿਆਨ ਕਰ। ਜਦ ਉਹ ਆਣ ਕੇ ਆਪਣੇ ਚਰਨ ਤੇਰੇ ਵਿੱਚ ਪਾਉਣਗੇ ਤਾਂ ਤਤਛਿਨ ਹੀ ਪਾਪ ਨਸ ਜਾਇਆ ਕਰਨਗੇ ਅਤੇ ਤੂੰ ਨਿਰਮਲ ਹੋ ਜਾਇਆ ਕਰੇਂਗੀ। ਉਪਰੰਤ ਗੰਗਾ ਨੇ ਕਿਹਾ, ਮਹਾਰਾਜ ਇਹ ਮੇਰੀ ਭੇਟਾ ਪ੍ਰਵਾਨ ਕਰੋ। ਗੁਰੂ ਜੀ ਨੇ ਕਿਹਾ, ਇਹ ਧਨ ਹੀਰੇ ਮੋਤੀ ਸਾਡੇ ਕਿਸੇ ਕੰਮ ਨਹੀਂ ਹੈ, ਇਸ ਦਾ ਭੰਡਾਰਾ ਕਰਕੇ ਪਰਮੇਸ਼ਰ ਨਿਮਿਤ ਛਕਾ ਦਿਓ। ਗੰਗਾ ਨੇ ਕਿਹਾ, ਮਹਾਰਾਜ ਆਪ ਨੇ ਵੀ ਉਸ ਭੰਡਾਰੇ ਵਿੱਚ ਆਣ ਕੇ ਪ੍ਰਸ਼ਾਦ ਛਕਣਾ। ਇਤਨੀ ਗੱਲ ਕਰਕੇ ਗੰਗਾ ਲੋਪ ਹੋ ਗਈ। ਸਵੇਰ ਹੋ ਗਈ ਤੇ ਸੂਰਜ ਚੜ੍ਹ ਗਿਆ। ਸ਼੍ਰੀ ਗੰਗਾ ਨੇ ਨਾਨਾ ਪ੍ਰਕਾਰ ਦੇ ਭੋਜਨ ਤਿਆਰ ਕਰਕੇ ਭੰਡਾਰਾ ਛਕਣ ਵਾਸਤੇ ਸਾਰੇ ਦੇਵਤਿਆਂ ਅਤੇ ਰਿਖੀਆਂ ਮੁਨੀਆਂ ਨੂੰ ਨਿਯੁਤਾ ਦੇ ਦਿੱਤਾ, ਜੋ ਤਤਛਿਨ ਹੀ ਆਣ ਹਾਜ਼ਰ ਹੋਏ। ਸਭ ਨੂੰ ਪੰਗਤਾਂ ਲਵਾ ਕੇ ਗੁਰੂ ਜੀ ਨੇ ਆਪ ਭੰਡਾਰਾ ਵਰਤਾਇਆ। ਸਭ ਨੇ ਬੜੇ ਪ੍ਰਸੰਨ ਹੋ ਕੇ ਛਕਿਆ ਅਤੇ ਤ੍ਰਿਪਤ ਹੋ ਕੇ ਆਪਣੇ ਸਥਾਨਾਂ ਨੂੰ ਪਧਾਰ ਗਏ ਅਤੇ ਗੰਗਾ ਨਮਸਕਾਰ ਕਰਕੇ ਆਪਣੇ ਜਲ ਪ੍ਰਵਾਹ ਵਿੱਚ ਵੜ ਕੇ ਸਮਾ ਗਈ। ਉਪਰੰਤ ਕੁਝ ਦਿਨ ਗੰਗਾ ਕਿਨਾਰੇ ਬੈਠ ਕੇ ਗੁਰੂ ਜੀ ਨੇ ਭਗਤੀ ਭਾਵ ਦਾ ਉਪਦੇਸ਼ ਦਿੱਤਾ ਅਤੇ ਫੇਰ ਅੱਗੇ ਨੂੰ ਚੱਲ ਪਏ। ਅਯੁੱਧਿਆ, ਮਥੁਰਾ, ਬਿੰਦਰਾਬਨ। ਬਾਲਾ ਜੀ ਨੇ ਕਿਹਾ, ਹੇ ਗੁਰੂ ਅੰਗਦ ਜੀ, ਇੱਥੋਂ ਵਿਦਾ ਹੋ ਕੇ ਗੁਰੂ ਜੀ ਮਥੁਰਾ ਪਾਸ ਇੱਕ ਪਹਾੜੀ ਉੱਤੇ ਜਾ ਕੇ ਬੈਠ ਗਏ। ਮਰਦਾਨੇ ਨੇ ਪੁੱਛਿਆ, ਮਹਾਰਾਜ ਜੀ ਇਹ ਪਹਾੜ ਜਮਨਾ ਦੇ ਕਿਨਾਰੇ ਉੱਤੇ ਕਿਉਂ ਹੈ? ਹੋਰ ਕੋਈ ਪਹਾੜ ਇਸ ਦੇ ਨੇੜੇ ਨਹੀਂ ਹੈ? ਗੁਰੂ ਜੀ ਨੇ ਕਿਹਾ, ਮਰਦਾਨਾ ਇਹ ਪਹਾੜ ਤਦੋਂ ਦਾ ਇੱਥੇ ਪਿਆ ਹੈ ਜਦੋਂ ਸ਼੍ਰੀ ਰਾਮ ਚੰਦਰ ਜੀ ਨੇ ਰਾਵਣ ਨਾਲ ਯੁੱਧ ਕਰਨ ਵਾਸਤੇ ਸਮੁੰਦਰ ਉੱਤੇ ਪੁਲ ਬੱਧਾ ਸੀ। ਜਦੋਂ ਪੁਲ ਸੰਪੂਰਨ ਹੋ ਗਿਆ ਤਾਂ ਰਾਮ ਚੰਦਰ ਨੇ ਹੁਕਮ ਦਿੱਤਾ ਕਿ ਹੋਰ ਕੋਈ ਪਹਾੜ ਨਾ ਲਿਆਓ, ਜਿੱਥੇ ਕੋਈ ਹੈ ਉੱਥੇ ਹੀ ਛੱਡ ਕੇ ਆ ਜਾਓ। ਉਹ ਸਮੇਂ ਹਨੂਮਾਨ ਇਸ ਪਹਾੜ ਨੂੰ ਇੱਥੇ ਹੀ ਰੱਖ ਕੇ ਬੈਠ ਗਿਆ। ਰਾਮ ਚੰਦਰ ਜੀ ਪਾਸ ਨਾ ਗਿਆ। ਜਦ ਹੋਰ ਸਾਰੇ ਪਹੁੰਚ ਗਏ ਤਾਂ ਰਾਮ ਚੰਦਰ ਨੇ ਪੁੱਛਿਆ, ਹਨੂਮਾਨ ਅਜੇ ਤੱਕ ਨਹੀਂ ਆਇਆ, ਇਸ ਦਾ ਕੀ ਕਾਰਨ ਹੈ? ਜਾਓ ਉਸ ਦਾ ਪਤਾ ਲਿਆਓ। ਤਦ ਇੱਕ ਬਾਨਰ ਨੇ ਹਨੂਮਾਨ ਦਾ ਪਤਾ ਕਰਕੇ ਰਾਮ ਚੰਦਰ ਨੂੰ ਆਣ ਕੇ ਦੱਸਿਆ ਕਿ ਹਨੂਮਾਨ ਕਹਿੰਦਾ ਹੈ, ਇਸ ਪਹਾੜ ਨੂੰ ਜਦ ਮੈਂ ਚੁੱਕਣ ਲੱਗਾ ਸੀ ਤਾਂ ਇਸ ਨੇ ਕਿਹਾ ਸੀ ਕਿ ਮੈਨੂੰ ਰਾਮ ਚੰਦਰ ਜੀ ਦੇ ਚਰਨਾਂ ਹੇਠ ਰੱਖਣਾ, ਹੋਰ ਕਿਸੇ ਥਾਂ ਨਾ ਰੱਖਣਾ। ਜੇ ਤੂੰ ਹਨੂਮਾਨ ਇਹ ਨਹੀਂ ਕਰ ਸਕਦਾ ਤਾਂ ਮੈਨੂੰ ਇੱਥੇ ਹੀ ਰਹਿਣ ਦੇ। ਹਨੂਮਾਨ ਨੇ ਸਹੁੰ ਖਾ ਕੇ ਪਹਾੜ ਨੂੰ ਵਿਸ਼ਵਾਸ ਕਰਵਾਇਆ ਕਿ ਮੈਂ ਤੈਨੂੰ ਉੱਥੇ ਹੀ ਰੱਖਾਂਗਾ ਜਿੱਥੇ ਰਾਮ ਚੰਦਰ ਜੀ ਖੜੇ ਹੋਣਗੇ। ਪਰ ਜਦ ਮੈਂ ਇੱਥੇ ਪੁੱਜਾ ਤਾਂ ਰਾਮ ਚੰਦਰ ਜੀ ਦਾ ਹੁਕਮ ਆ ਗਿਆ ਕਿ ਜਿੱਥੇ ਕਿੱਥੇ ਕੋਈ ਕੁਝ ਲਈ ਆਉਂਦਾ ਹੈ ਉੱਥੇ ਛੱਡ ਕੇ ਆ ਜਾਵੇ। ਪੁੱਲ ਸੰਪੂਰਨ ਹੋ ਗਿਆ ਹੈ। ਹੁਕਮ ਅਨੁਸਾਰ ਇਸ ਨੂੰ ਇੱਥੇ ਰੱਖ ਕੇ ਮੈਂ ਸੋਚ ਰਿਹਾ ਹਾਂ ਕਿ ਜੇ ਇਸ ਨੂੰ ਅੱਗੇ ਲੈ ਜਾਵਾਂਗਾ ਤਾਂ ਆਗਿਆ ਭੰਗ ਹੋ ਜਾਏਗੀ, ਅਤੇ ਜੇ ਇਸ ਨੂੰ ਇੱਥੇ ਛੱਡ ਕੇ ਆਪ ਚਲਿਆ ਜਾਵਾਂਗਾ ਤਾਂ ਇਸ ਨਾਲ ਕੀਤਾ ਪ੍ਰਣ ਝੂਠਾ ਹੋਵੇਗਾ। ਕਰਾਂ ਤੇ ਕੀ ਕਰਾਂ? ਹਨੂਮਾਨ ਦੀ ਇਹ ਗੱਲ ਬਾਨਰ ਪਾਸੋਂ ਸੁਣ ਕੇ ਰਾਮ ਚੰਦਰ ਜੀ ਨੇ ਹੱਸ ਕੇ ਕਿਹਾ ਕਿ ਹਨੂਮਾਨ ਜੀ ਨੂੰ ਜਾ ਕੇ ਸਾਡੇ ਵੱਲੋਂ ਆਖੋ ਕਿ ਦੁਆਪਰ ਵਿੱਚ ਅਸੀਂ ਕ੍ਰਿਸ਼ਨ ਅਵਤਾਰ ਧਾਰ ਕੇ ਆਵਾਂਗੇ ਤਾਂ ਇਸ ਪਰਬਤ ਉੱਤੇ ਬਿਲਾਸ ਕਰਾਂਗੇ ਅਤੇ ਬਹੁਤ ਸਮਾਂ ਵਿਚਰਾਂਗੇ। ਜਦ ਇਹ ਗੱਲ ਉਸ ਬਾਨਰ ਨੇ ਹਨੂਮਾਨ ਨੂੰ ਜਾ ਕੇ ਸੁਣਾਈ ਤਾਂ ਹਨੂਮਾਨ ਉੱਠ ਕੇ ਸ਼੍ਰੀ ਰਾਮ ਚੰਦਰ ਪਾਸ ਪਹੁੰਚ ਗਿਆ। ਤਦੋਂ ਦਾ ਇਹ ਪਹਾੜ ਇੱਥੇ ਟਿਕਿਆ ਹੋਇਆ ਹੈ। ਕ੍ਰਿਸ਼ਨ ਜੀ ਅਵਤਾਰ ਧਾਰ ਕੇ ਇਸ ਉੱਤੇ ਗੋਪੀਆਂ ਨਾਲ ਮਿਲ ਕੇ ਬਾਲਕਾਂ ਨਾਲ ਖੇਡਦੇ ਰਹੇ। ਜਿਸ ਦਿਨ ਗੁਰੂ ਜੀ ਪਹਾੜ ਉੱਤੇ ਬੈਠੇ ਸਨ ਉਸ ਦਿਨ ਉੱਥੇ ਬੜਾ ਭਾਰੀ ਮੇਲਾ ਸੀ। ਇਸ ਪੂਰਬ ਦੇ ਸਮੇਂ ਇੱਥੇ ਸਭ ਭੇਖਾਂ ਦੇ ਸਾਧੂ, ਬ੍ਰਹਮਚਾਰੀ, ਬੈਰਾਗੀ, ਜਤੀ, ਵੈਸ਼ਨੂੰ, ਦਿਗੰਬਰ, ਸੱਤਧਾਰੀ, ਤਪੀ ਤੇ ਸੰਨਿਆਸੀ ਆਏ ਹੋਏ ਸਨ। ਗੁਰੂ ਜੀ ਨੇ ਆਪਣੀ ਦਿਵ ਦ੍ਰਿਸ਼ਟੀ ਨਾਲ ਵੇਖਿਆ ਕਿ ਮੇਲੇ ਵਿੱਚ ਲੋਭੀ ਤੇ ਪਾਖੰਡੀ ਲੋਕ ਅਨੇਕ ਪ੍ਰਕਾਰ ਦੀਆਂ ਬੁਰਾਈਆਂ ਕਰਨ ਵਾਲੇ ਆਏ ਹੋਏ ਹਨ। ਦਿਨ ਵੇਲੇ ਗਿਆਨ ਧਿਆਨ ਦੀਆਂ ਗੱਲਾਂ ਕਰਦੇ ਹਨ, ਪਰ ਰਾਤ ਨੂੰ ਮਹਾਂ ਕੁਕਰਮ ਕਰਦੇ ਹਨ। ਲੜਕੇ ਲੜਕੀਆਂ ਕ੍ਰਿਸ਼ਨ ਰਾਧਕਾਂ ਦੇ ਸਾਂਗ ਧਾਰ ਕੇ ਨਾਚ ਕਰਦੇ ਹਨ, ਜਿਸ ਤੋਂ ਵੇਖਣ ਵਾਲੇ ਇਸਤਰੀ ਪੁਰਸ਼ਾਂ ਨੂੰ ਕਾਮ ਉਪਜਦਾ ਹੈ ਅਤੇ ਉਹਨਾਂ ਬਾਲਕਾਂ ਤੇ ਇਸਤਰੀਆਂ ਨਾਲ ਭੋਗ ਕਰਦੇ ਹਨ। ਇਸ ਪ੍ਰਕਾਰ ਦੇ ਵਿਚਾਰ ਦੱਸ ਕੇ ਗੁਰੂ ਜੀ ਨੇ ਮਰਦਾਨੇ ਪਾਸੋਂ ਰਬਾਬ ਵਜਾਇਆ ਅਤੇ ਇਹ ਸ਼ਬਦ ਉਚਾਰਨ ਕੀਤਾ। ਰਾਮਕਲੀ ਮਹੱਲਾ ਪਹਿਲਾ, ਅਸ਼ਟਪਦੀਆਂ। ਏਕ ਓਂਕਾਰ ਸਤਿਗੁਰੂ ਪ੍ਰਸਾਦ। ਸੋਈ ਚੰਦ ਚੜ੍ਹੇ ਸੇ ਤਾਰੇ, ਸੋਈ ਦਿਨਿਯਰ ਤਪਤ ਰਹੇ। ਸਾ ਧਰਤੀ ਸੋ ਪੌਣ ਚੁਲਾਰੇ, ਜੁਗ ਜੀ ਖੇਲੇ ਥਾਪ ਕੈਸੇ। ਜੀਵਨ ਤਲਬ ਨਿਵਾਰ, ਹੋਵੇ ਪਰਵਾਣਾ ਕਰੇ, ਧਿਆਣਾ
कल लखन विचार रहाओ। कहते देश न आया सुनिए, तीर्थ पास न बैठा, दाता दान करे तह नाही, महल उसार बैठा। जे को सत करे सो छीजै, तप कर तप न होई, जे को नाव लए बदनामी, कल के लखन एई। जिस सिकदारी तिसे खुआरी, चाकर केहे डरना, जा सिकदारे पवे जंजीरी, ता चाकर हथै मरना। आख गुणा कल आइए, तह जुगत केरा रहया तपवास, जे गुण देह न पाइए रहाओ। कल कलवाली सरा निबेड़ी, काजी कृष्णा हुआ, बाणी ब्रह्मा वेद अथर बण करणी, कीरत लहया। पत बिन पूजा सत बिन संजम, जत बिन काहे जनेऊ, नावह तोवह तिलक चढ़ावे, सुच बिन सोच न होई। कल प्रवान कतेब कुरान, पोथी पंडित रहे पुराण, नानक नाओ पया रहमान, कर करता तू एको जान। नानक नाम मिले वडियाई, एदू उपर कर्म नहीं, जे कर होंदे मंगण जाइए, फिर ओलामा मिले तेही। अर्थात सूरज चंद तारे पानी पौਣ ਉਹੀ ਹਨ ਜੋ ਪਿਛਲੀਆਂ ਤਿੰਨਾਂ ਯੁੱਗਾਂ ਵਿੱਚ ਸਨ, ਪਰ ਹੁਣ ਕਲਯੁਗ ਦੇ ਪ੍ਰਭਾਵ ਨਾਲ ਜੀਵਾਂ ਦੀ ਬੁੱਧੀ ਭ੍ਰਿਸ਼ਟ ਹੋ ਗਈ ਹੈ, ਜੋ ਜਤ ਸਤ ਹੁਣ ਛੱਡ ਬੈਠੇ ਹਨ। ਕਲਯੁਗ ਕਿਸੇ ਮੂਰਤੀਮਾਨ ਸਰੂਪ ਵਿੱਚ ਆਣ ਕੇ ਨਹੀਂ ਬੈਠਾ ਹੋਇਆ। ਲੋਕਾਂ ਦਾ ਭ੍ਰਿਸ਼ਟਾਚਾਰੀ ਹੋਣਾ ਹੀ ਕਲਯੁਗ ਚਿੰਨ੍ਹ ਲੱਛਣ ਹਨ। ਤਿੰਨਾਂ ਯੁੱਗਾਂ ਦੇ ਕਰਮ ਧਰਮ ਅਤੇ ਪੁਰਾਣ ਕੁਰਾਨ ਦੇ ਉਪਦੇਸ਼ ਵੀ ਰਹਿ ਗਏ ਹਨ। ਇਸ਼ਨਾਨ ਪੂਜਾ ਵੀ ਰਹਿ ਗਈ ਹੈ। ਪਾਖੰਡ ਵੱਧ ਗਿਆ ਹੈ ਤੇ ਸੱਚ ਧਰਮ ਰਹਿ ਗਿਆ ਹੈ। ਨਾਮ ਨਾਲ ਹੀ ਵਡਿਆਈ ਮਿਲਦੀ ਹੈ, ਨਾਮ ਦੇ ਉੱਪਰ ਕੋਈ ਚੀਜ਼ ਨਹੀਂ ਹੈ। ਭਗਤੀ ਕਰਕੇ ਸੁਖ ਪ੍ਰਾਪਤ ਕਰੋ, ਜੇ ਪਾਖੰਡ ਕਰੋਗੇ ਤਾਂ ਦੁੱਖ ਪਾਓਗੇ। ਗੁਰੂ ਜੀ ਦੇ ਉਪਦੇਸ਼ਮਈ ਬਚਨ ਸੁਣ ਕੇ ਜਿਹੜੇ ਸ਼ੁੱਧ ਹਿਰਦੇ ਵਾਲੇ ਸਨ, ਆਪ ਜੀ ਨੂੰ ਨਮਸਕਾਰਾਂ ਕਰਨ ਲੱਗੇ, ਪਰੰਤੂ ਜਿਹੜੇ ਦੰਭੀ ਸਨ ਉਹ ਇੱਕ ਪਾਸੇ ਹੋ ਕੇ ਬੈਠੇ ਰਹੇ। ਇੱਕ ਪੰਡਤ ਨੇ ਕਿਹਾ, ਤੁਸੀਂ ਕਿਸ ਦੀ ਉਪਾਸਨਾ ਕਰਦੇ ਹੋ, ਨਿਰਗੁਣ ਦੀ ਜਾਂ ਸਰਗੁਣ ਦੀ? ਗੁਰੂ ਜੀ ਨੇ ਕਿਹਾ, ਨਿਰਗੁਣ ਤੇ ਸਰਗੁਣ ਵੱਖ-ਵੱਖ ਨਹੀਂ ਹਨ। ਨਿਰਗੁਣ ਸਭ ਸਰੀਰਾਂ ਵਿੱਚ ਵਿਆਪਕ ਹੈ ਅਤੇ ਸਰੀਰ ਧਾਰ ਕੇ ਜਦ ਉਹ ਕੌਤਕ ਕਰਦਾ ਹੈ ਤਾਂ ਉਹੀ ਸਰਗੁਣ ਹੈ। ਉਪਰੰਤ ਗੁਰੂ ਜੀ ਨੇ ਸਭ ਨੂੰ ਸਤਨਾਮ ਦਾ ਉਪਦੇਸ਼ ਦੇ ਕੇ ਕਿਹਾ ਕਿ ਛਲ ਕਪਟ ਛੱਡ ਕੇ ਭਾਉ ਭਗਤੀ ਕਰੋ। ਜੇ ਐਸਾ ਕਰੋਗੇ ਤਾਂ ਤੁਹਾਨੂੰ ਮੁਕਤੀ ਪ੍ਰਾਪਤ ਹੋਵੇਗੀ। ਗੁਰੂ ਜੀ ਨੇ ਇੱਥੇ 3 ਦਿਨ ਡੇਰਾ ਕਰਕੇ ਪਾਖੰਡ ਦਾ ਨਾਸ਼ ਕੀਤਾ ਅਤੇ ਅੱਗੇ ਨੂੰ ਚੱਲ ਪਏ। ਅਯੁੱਧਿਆ ਨਗਰੀ। ਮਥੁਰਾ ਤੋਂ ਚੱਲ ਕੇ ਗੁਰੂ ਜੀ ਅਯੁੱਧਿਆ ਨਗਰੀ ਦੇ ਪਾਸ ਸਰਜੂ ਨਦੀ ਦੇ ਕਿਨਾਰੇ ਜਾ ਬੈਠੇ। ਗੁਰੂ ਜੀ ਦਾ ਨਾਮ ਸੁਣ ਕੇ ਬਹੁਤ ਸਾਰੇ ਲੋਕ ਦਰਸ਼ਨ ਕਰਨ ਵਾਸਤੇ ਆਪ ਜੀ ਪਾਸ ਆਣ ਇਕੱਠੇ ਹੋਏ। ਤਦ ਗੁਰੂ ਜੀ ਨੇ ਕੁਝ ਸਿਆਣੇ ਪੰਡਤਾਂ ਨੂੰ ਪੁੱਛਿਆ ਕਿ ਅਸਾਂ ਤਾਂ ਸੁਣਿਆ ਸੀ ਕਿ ਅਯੁੱਧਿਆ ਨਗਰੀ ਸ਼੍ਰੀ ਰਾਮ ਜੀ ਆਪਣੇ ਨਾਲ ਹੀ ਬੈਕੁੰਠਾਂ ਨੂੰ ਲੈ ਗਏ ਸਨ, ਪਰ ਹੁਣ ਇਹ ਫੇਰ ਉੱਥੇ ਮੰਦਰ ਤੇ ਮਹਿਲ ਮਾੜੀਆਂ ਕਿੱਥੋਂ ਆ ਗਏ ਹਨ? ਪੰਡਤਾਂ ਨੇ ਕਿਹਾ, ਜੀ ਇਹ ਮੰਦਰ ਆਦਿ ਨਗਰੀ ਸਭ ਕੁਝ ਇੱਥੇ ਹੀ ਰਿਹਾ ਸੀ। ਰਾਮਚੰਦਰ ਜੀ ਤਾਂ ਕੇਵਲ ਨਗਰੀ ਦੇ ਜੀਵਾਂ ਨੂੰ ਹੀ ਨਾਲ ਲੈ ਕੇ ਗਏ ਸਨ। ਤਦ ਗੁਰੂ ਜੀ ਨੇ ਕਿਹਾ, ਉਹ ਜੀਵ ਤਾਂ ਰਾਮਚੰਦਰ ਜੀ ਦਾ ਦਰਸ਼ਨ ਕਰਕੇ ਬੈਕੁੰਠ ਨੂੰ ਗਏ ਸਨ, ਪਰ ਹੁਣ ਤੁਸੀਂ ਗੁਰੂ ਨੂੰ ਮਿਲ ਕੇ ਭਗਤੀ ਧਾਰਨ ਕਰੋ ਅਤੇ ਸਤਨਾਮ ਦਾ ਸਿਮਰਨ ਕਰੋ, ਤਦ ਤੁਸੀਂ ਬੈਕੁੰਠਾਂ ਨੂੰ ਜਾਓਗੇ। ਪੰਡਤਾਂ ਨੇ ਕਿਹਾ, ਗੁਰੂ ਤਾਂ ਕਈ ਪ੍ਰਕਾਰ ਦੇ ਹੁੰਦੇ ਹਨ, ਕਿਸ ਗੁਰੂ ਨੂੰ ਮਿਲੀਏ? ਗੁਰੂ ਜੀ ਨੇ ਦੱਸਿਆ, ਗੁਰੂ 3 ਪ੍ਰਕਾਰ ਦੇ ਹਨ, 1 ਪੰਡਤ, 2 ਅਵਧੂਤ, 3 ਮਹਾਂਪੁਰਖ। ਪੰਡਤ ਗੁਰੂ ਉਹ ਹੈ ਜਿਹੜਾ ਦੂਜਿਆਂ ਨੂੰ ਆਖੇ ਕਿ ਨਦੀ ਨੂੰ ਇਸ ਤਰ੍ਹਾਂ ਤਰੋਂਗੇ ਤਾਂ ਪਾਰ ਲੰਘ ਜਾਓਗੇ, ਪਰ ਆਪ ਤਰਨਾ ਨਾ ਜਾਣਦਾ ਹੋਵੇ। ਇਸ ਤਰ੍ਹਾਂ ਹੀ ਪੰਡਤ ਹੋਰਨਾਂ ਨੂੰ ਉਪਦੇਸ਼ ਦਿੰਦੇ ਹਨ, ਪਰ ਆਪ ਉਸ ਉੱਪਰ ਅਮਲ ਨਹੀਂ ਕਰਦੇ। ਦੂਸਰਾ ਅਵਧੂਤ ਗੁਰੂ ਹੈ, ਉਹ ਹੈ ਜੋ ਵਿਦਿਆ ਆਹੀਨ ਹੋਵੇ, ਪਰ ਸੰਤਾਂ ਨਾਲ ਮਿਲ ਕੇ ਗਿਆਨ ਪ੍ਰਾਪਤ ਕਰਕੇ ਆਪ ਭਵ ਸਾਗਰ ਤੋਂ ਪਾਰ ਹੋ ਜਾਂਦਾ ਹੈ, ਪਰ ਦੂਸਰੇ ਕਿਸੇ ਨੂੰ ਪਾਰ ਨਹੀਂ ਕਰ ਸਕਦਾ। ਜਿਸ ਤਰ੍ਹਾਂ ਲਾਠੀ ਪਾਣੀ ਵਿੱਚੋਂ ਆਪ ਤਰ ਜਾਂਦੀ ਹੈ, ਪਰ ਆਪਣੇ ਨਾਲ ਕਿਸੇ ਦੂਸਰੇ ਨੂੰ ਨਹੀਂ ਤਾਰ ਸਕਦੀ। ਤੀਸਰਾ ਮਹਾਂਪੁਰਖ ਗੁਰੂ ਉਹ ਹੈ ਜਿਸ ਦੇ ਮਨ ਵਿੱਚ ਪੂਰਨ ਗਿਆਨ ਹੋਵੇ, ਮੋਹ ਆਦਿ ਵਿਕਾਰ ਨਸ਼ਟ ਹੋ ਗਏ ਹੋਣ। ਉਹ ਆਪ ਵੀ ਤਰ ਜਾਂਦੇ ਹਨ ਤੇ ਆਪਣੇ ਸੰਗੀਆਂ ਨੂੰ ਵੀ ਤਾਰ ਦਿੰਦੇ ਹਨ। ਇਹ ਜਿਸ ਨੂੰ ਉਪਦੇਸ਼ ਦਿੰਦੇ ਹਨ ਉਸ ਨੂੰ ਹੀ ਗਿਆਨ ਕਰਾ ਦਿੰਦੇ ਹਨ। ਐਸੇ ਮਹਾਂਪੁਰਖਾਂ ਦੇ ਉਪਦੇਸ਼ ਜੋ ਪੁਰਸ਼ ਕਮਾਉਂਦੇ ਹਨ
ਉਹ ਸਦਾ ਸੁਖੀ ਰਹਿੰਦੇ ਹਨ ਅਤੇ ਅੰਤ ਨੂੰ ਜੰਮਪੁਰੀ ਨੂੰ ਨਹੀਂ ਜਾਂਦੇ। ਇਹ ਬਚਨ ਸੁਣ ਕੇ ਸਾਰਿਆਂ ਨੇ ਕਿਹਾ, ਮਹਾਰਾਜ ਸਾਨੂੰ ਆਪਣਾ ਸਿੱਖ ਕਰ ਲਵੋ। ਗੁਰੂ ਜੀ ਨੇ ਉਹਨਾਂ ਦੀ ਬੇਨਤੀ ਪ੍ਰਵਾਨ ਕਰਕੇ ਸਤਨਾਮ ਦਾ ਉਪਦੇਸ਼ ਦੇ ਕੇ ਸਿੱਖ ਬਣਾਇਆ।